करो तुम प्यारे, सतगुर दाता मेल मिलावो, हर नाम देहो आधार, हर नाम हर नाम हर नाम देहो आधारे। दाते दात रखी हाथ अपने, जिस पावे तिस दी। दाते दात रखी हाथ अपने, जिस पावे तिस दे। नानक नाम रते सुख पाया, दरगह जापै से। नानक नाम रते सुख पाया, दरगह जापै से। दरगह जापै से। सतगुरु दाता मेल मिलावो, सतगुरु दाता मेल मिलावो, सतगुरु दाता मेल मिलावो, हर नाम देहो आधारे। हर जियो कृपा करो, तुम प्यारे तुम प्यारे। हर जियो कृपा करो, तुम प्यारे तुम प्यारे। सतगुर दाता मेल मिलावो, सतगुर दाता मेल मिलावो, सतगुर दाता मेल मिलावो, हर नाम देहो आधारे। हर जियो कृपा करो, तुम प्यारे तुम प्यारे। हर जियो कृपा करो, तुम प्यारे तुम प्यारे। हर जियो कृपा करो, तुम प्यारे तुम प्यारे। तुम प्यारे तुम प्यारे तुम प्यारे तुम प्यारे। हाँ जी वाहे गुरु। तेग बहादुर सिमरे, करना निद आवे ताए। तेग बहादुर सिमरे, करना निद आवे ताए। सब थाई होए सहाय, सब थाई होए सहाय। 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 तेग बहादुर सिमरे, करना निद आवे ताए। तेग बहादुर सिमरे, करना निद आवे ताए। करना निद आवे ताए, करना निद आवे ताए। वाहिगुरु जी। वडा तेरा दरबार सच्चा तुद तखत, सिरशाह पातशाह हो नेचल चौर छत। पौड़ी उठवा डपार तेरा मर्तबा, रंग प्रंग अनेक जपन करतबा। जी तेरे बस तेरा करबला,
तेरा घर नंद उदाई तुद घर मान महता तेज अपना आप जल सर्व कला भरपूर दी सहजत कथा नानक दासन दास दे आगे बिनवता तेरा जी तेरा नाम सत है। वाहिगुरु जी। पौड़ी वडी हुमड़ाया पार तेरा मर्तबा रंग प्रंगणे एक न जापन करतबा जी अंदर जियो सबकी जान ला सबकी तेरे वास तेरा कर पला तेरे कर आनंद उधाई तुद कर मान महता तेज अपना आप जर सर्व कला भरपूर दी सहजत कथा नानक दासन दास तुद आगे बिनवता सुनो। पवन गुरु पानी पिता माता धरत माहत दिवस रात दोए दाई दाया खेले सगल जग चंगियाइयां बुरियाइयां वाचे धर्म हदूर करमी आपो अपनी के नेड़े के दूर जिनी नाम ते आया गए मशक्कत काल नानक ते मुख उजले किति छुटे नाल। वाहिगुरु जी का खालसा वाहिगुरु जी की फतेह। नीवा कर इतने के सेट थोड़ा इतना नीवा करो तो नीवा करो वाहिगुरु। इतने भी सेट करो सेट कर चलो ठीक है। वाहिगुरु वाहिगुरु। श्री नानक पाद पंकज बंदन पाद सिमरो अंगद दोख निकंदन गुर अमरदास हृदय नित त्यावो हृदय नित श्री गुरु रामदास गुण गिरि अर्जन बिघ्नन के नासक बिघ्नन के हर गोबिंद शुभ सुमत पर श्री हर राय नमोकार नमोकार जोरी
ਗੁਰ ਹਰਿ ਕ੍ਰਿਸ਼ਨ ਮਨਾਏ ਬਾਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਹਿ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਭਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਰਾਹਕ ਪੂਰਬ ਸਿੱਖ ਜੋ ਬੋਲਿਓ ਦ્વੈ ਕਰ ਬੰਦ ਕੁਦਰਤ ਕੋ ਕੁਛ ਪਤਾ ਮੁਝ ਦਰਸਾਵੋ ਸੁਖ ਕੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸ਼ਬਦ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡੇ ਭਾਗ ਸਦਕਾ ਇਹ ਸੰਤ ਸੰਗਤ ਦੀਆਂ ਸੁਹਾਵਣੀਆਂ ਘੜੀਆਂ ਸੋਭਨੀ ਘੜੀਆਂ ਆਪ ਜੀ ਨੂੰ ਪ੍ਰਾਪਤ ਹੋ ਰਹੀਆਂ ਹਨ ਵੱਡੇ ਭਾਗਾਂ ਕਰਕੇ ਸਤ ਸੰਗਤ ਪ੍ਰਾਪਤ ਹੋਈ ਹੈ ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਨੇ ਸਰਵਣ ਕੀਤਾ ਹੈ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਹੁਣ ਇਸ ਪਾਵਨ ਸਥਾਨ ਦੀ ਮਰਿਆਦਾ ਅਨੁਸਾਰ ਸਮਾਂ ਹੈ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਿਹ ਨਿਕਟ ਨ ਆਵੈ ਸਤਿਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਆਪ ਜੀ ਨੇਤਾ ਪ੍ਰਤੀ ਨਤਮਸਤਕ ਹੋ ਕਰਕੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਅੰਮ੍ਰਿਤਮਈ ਕਥਾ ਆਪ ਸਰਵਣ ਕਰਦੇ ਹੋ ਲੜੀਵਾਰ ਕਥਾ ਦੀਨ ਦੁਨੀਆ ਦੇ ਮਾਲਕ ਜਾਹਰ ਪੀਰ ਜਗਤ ਗੁਰ ਬਾਬਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੀਵਨ ਕਥਾ ਜੋ ਲੜੀਵਾਰ ਚੱਲ ਰਹੀ ਹੈ, ਆਪ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਮਹਾਰਾਜ ਜੀ ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ, ਦਇਆਲੂ ਸਤਿਗੁਰੂ ਜੀ ਜੀਵਾਂ ਨੂੰ ਤਾਰਦੇ ਹੋਏ ਦੂਰ ਦੂਰ ਤੱਕ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਜੀਵਾਂ ਤੇ ਕਿਰਪਾ ਕਰਕੇ, ਕਰੁਣਾ ਕਰਕੇ ਤਾਰਦੇ ਹਨ। ਸਤਿਗੁਰੂ ਜੀ ਆਪ ਉਹਨਾਂ ਸਥਾਨਾਂ ਤੇ ਪਹੁੰਚ ਕੇ ਜੀਵਾਂ ਨੂੰ ਤਾਰਦੇ ਹੋਏ ਸਤਿਗੁਰੂ ਜੀ ਮੁਨਾਫਿਕ ਦੇਸ਼ ਪਹੁੰਚੇ ਨੇ, ਜਿੱਥੋਂ ਦੀ ਪ੍ਰਜਾ ਤੇ ਰਾਜਾ ਉਹ ਪ੍ਰਮਾਤਮਾ ਬਾਰੇ ਕੁਝ ਨਹੀਂ ਜਾਣਦੇ, ਤੇ ਉੱਥੋਂ ਦੀ ਪ੍ਰਜਾ ਉੱਥੋਂ ਦੇ ਰਾਜੇ ਨੂੰ ਹੀ ਸਭ ਕੁਝ ਮੰਨਦੀ ਹੈ। ਮੰਤਰਾਂ ਦੀ ਸਿੱਧੀ ਕੀਤੀ ਹੋਈ, ਜਦੋਂ ਕਦੇ ਲੋੜ ਪੈਣੀ ਉਹਨੇ ਮੀਂਹ ਪਵਾ ਦੇਣਾ ਤੇ ਖੇਤੀ ਹੋ ਜਾਣੀ। ਸਤਿਗੁਰੂ ਜੀ ਇਹਨਾਂ ਜੀਵਾਂ ਦੇ ਉੱਤੇ ਕਿਰਪਾ ਕਰਕੇ, ਦਇਆਲਤਾ ਕਰਕੇ ਉਸ ਦੇਸ਼ ਦੇ ਵਿੱਚ ਗਏ ਤੇ ਉੱਥੋਂ ਦੇ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ ਤੇ ਕਹਿਣਾ ਕੀਤਾ, ਉਪਦੇਸ਼ ਦਿੱਤਾ ਕਿ ਕਰਤਾਰ ਹੈ ਜੋ ਸਭ ਕੁਝ ਕਰਨ ਵਾਲਾ ਹੈ। ਖਾਲਸਾ ਜੀ ਕਰਤਾਰ ਦਾ ਆਖਰੀ ਅਰਥ ਵੀ ਇਹੀ ਹੈ, ਕਰਤਾਰ। ਸਾਡੇ ਜੀਵਾਂ ਦੀ ਜਿਹੜੀ ਡੋਰੀ ਹੈ ਨਾ, ਜੀਵਨ ਦੀ ਡੋਰੀ ਜਿਹਦੇ ਕਰ ਹੱਥ ਵਿੱਚ ਹੈ, ਤਾਰ, ਤਾਰ ਭਾਵ ਡੋਰੀ। ਸਾਡੇ ਜੀਵਾਂ ਦੀ ਜੋ ਡੋਰੀ ਜਿਹੜੀ ਹੈ ਉਸ ਦੇ ਕਰ ਹੱਥ ਵਿੱਚ ਹੈ, ਉਹ ਕਰਤਾਰ ਹੈ। ਉਸ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਜੋ ਕੁਝ ਕਰਨਾ ਹੈ ਉਹ ਕਰਤਾਰ ਕਰਦਾ ਹੈ। ਪਰ ਉਹ ਇਤਨੇ ਅਣਜਾਣ ਲੋਕ, ਉਹ ਕਹਿੰਦੇ ਕਰਤਾਰ ਹੈ ਕੌਣ ਆ, ਉਹ ਸਮਝਦੇ ਕਿਸੇ ਬੰਦੇ ਦਾ ਨਾਂ ਹੋਵੇਗਾ। ਵਿਸਥਾਰ ਨਾਲ ਕਥਾ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਸੋਂ ਬੜੇ ਵਿਸਥਾਰ ਨਾਲ ਸਰਵਣ ਕੀਤੀ ਹੈ, ਤੇ ਸਤਿਗੁਰਾਂ ਨੇ ਉਸ ਕਰਤਾਰ ਨੂੰ ਜਣਾਇਆ। ਉਹਨਾਂ ਨੂੰ ਵਿਧੀ ਦੱਸੀ ਵੀ ਕਰਤਾਰ ਦੇ ਕੋਲੋਂ ਮੰਗਣਾ ਕਿਵੇਂ ਆ, ਕਿਵੇਂ ਕਾਮਨਾ ਪੂਰੀਆਂ ਕਰਦਾ, ਤੇ ਕਹਿਣਾ ਕੀਤਾ ਸੀ ਵੀ ਕਰਤਾਰ ਜਿਹੜਾ ਜਾਣਿਆ ਜਾਂਦਾ ਤਾਂ ਮਿਲਦਾ ਹੈ ਕੁਦਰਤ ਕਰਕੇ। ਉਹ ਨਾ ਕਰਤਾਰ ਨੂੰ ਜਾਣਦੇ ਨਾ ਕੁਦਰਤ ਨੂੰ ਜਾਣਦੇ ਆ। ਤੇ ਸਤਿਗੁਰਾਂ ਦਾ ਹੁਕਮ ਸੁਣ ਕੇ ਉਹਨਾਂ ਜੀਵਾਂ ਨੇ, ਉਹਨਾਂ ਲੋਕਾਂ ਨੇ ਬੇਨਤੀ ਮੰਨ ਕੇ ਫਸਲ ਬੀਜੀ ਤੇ ਵਰਖਾ ਪੈਣ ਵਾਸਤੇ ਜਦੋਂ ਬੇਨਤੀ ਕੀਤੀ, ਸਤਿਗੁਰਾਂ ਨੇ ਕਰਤਾਰ ਦੇ ਅੱਗੇ ਬੇਨਤੀ ਕਰੋ। ਉਹਦੀ ਵਿਧੀ ਦੱਸੀ ਹੈ, ਵਿਧੀ ਵੀ ਆਪਨੇ ਵਿਸਥਾਰ ਨਾਲ ਸਰਵਣ ਕੀਤੀ ਹੈ ਕਿ ਵਿਧੀ ਦੇ ਸਹਿਤ ਪੰਚਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਤਿਹਾਵਲ ਜੋ 3 ਚੀਜ਼ਾਂ ਬਰਾਬਰ ਤੋਲ ਕੇ ਪਾਈਆਂ ਦੀ ਸਾਰੀ ਵਿਧੀ ਆਪਨੇ ਵਿਸਥਾਰ ਨਾਲ ਸੁਣੀ ਹੈ। ਕਿਉਂਕਿ ਸਾਡੇ ਵਿੱਚ ਢਲਿਆਈ ਬੜੀ ਆ ਗਈ, ਅਸੀਂ ਨਾ ਛੇਤੀ ਛੇਤੀ ਕੰਮ ਮਕਾਉਂਦੇ ਵਹਿੰਦੇ ਨਹੀਂ, ਵਿਧੀ ਕੀ ਆ, ਮਰਿਆਦਾ ਕੀ ਆ। ਫਿਰ ਕਹਿੰਦੇ ਸਾਨੂੰ ਫਲ ਨਹੀਂ ਪ੍ਰਾਪਤ ਹੁੰਦਾ, ਪਰ ਅਸੀਂ ਸ਼ਰਧਾ ਕਿੰਨੀ ਕੁ ਧਾਰਨ ਕਰਨੇ, ਸਾਡੇ ਅੰਦਰ ਭਾਵਨਾ ਕਿੰਨੀ ਕੁ, ਖਾਲਸਾ ਜਿੰਨੀ ਕੁ ਭਾਵਨਾ ਹੈ ਨਾ ਉਹਨਾਂ ਕੀ ਫਲ ਪ੍ਰਾਪਤ ਹੁੰਦਾ। ਖੰਡ ਵੀ ਅੰਦਾਜ਼ੇ ਨਾਲ ਪਾ ਲਈ, ਆਟਾ ਵੀ ਅੰਦਾਜ਼ੇ ਨਾਲ ਪਾ ਲਿਆ, ਤੇ ਘਿਓ ਵੀ ਸਾਰਾ ਮਿਲਾ ਕੇ, ਪਾਣੀ ਵੀ ਅੰਦਾਜ਼ੇ ਨਾਲ, ਤੇ ਛੇਤੀ ਛੇਤੀ ਕੀਤੀ, ਵਿੱਚ ਇਹ ਖੰਡ ਪਾਈ। ਉਹ ਖੰਡ ਨੂੰ ਜਦੋਂ ਉਹਦੇ ਚਾਸ਼ਣੀ ਬਣਾ ਕੇ ਪੁਣ ਕੇ ਵੇਖੀ, ਉਹਦੇ ਵਿੱਚੋਂ ਕੀ ਕੁਝ ਨਿਕਲਦਾ। ਕਿਉਂਕਿ ਸਾਡੇ ਅੰਦਰ ਭਾਵਨਾ ਘਟ ਗਈ, ਪ੍ਰੇਮ ਘਟ ਗਿਆ। ਤੇ ਪ੍ਰੇਮ ਸਭ ਤੋਂ ਪਹਿਲਾਂ ਖਾਲਸਾ ਜੀ ਜ਼ਰੂਰੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੋ, ਕਲਗੀਧਰ ਪਾਤਸ਼ਾਹ ਦਸਮ ਗ੍ਰੰਥ ਅੰਦਰ ਬਚਨ ਕਰਦੇ ਹਨ। ਸੋ ਉਹਨਾਂ ਨੂੰ ਵਿਧੀ ਸਹਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਉਹ ਪ੍ਰਮਾਤਮਾ ਅੱਗੇ, ਉਸ ਕਰਤਾਰ ਦੇ ਅੱਗੇ ਅਰਦਾਸ ਕਰਨ ਵਾਸਤੇ ਕਿਹਾ। ਅਰਦਾਸ ਕੀਤੀ, ਧਰਤੀ ਤੇ ਮੱਥਾ ਟੇਕਿਆ ਤੇ ਵਰਖਾ ਹੋਈ, ਸਾਰੇ ਬੜੇ ਪ੍ਰਸੰਨ ਚਿੱਤ ਹੋਏ। ਸਤਿਗੁਰਾਂ ਨੇ ਕਹਿ ਕੇ ਉਪਦੇਸ਼ ਦੇ ਕੇ ਧਰਮਸ਼ਾਲਾ ਤਿਆਰ ਕਰਵਾਈ। ਗੁਰੂ ਦਾ ਉਪਦੇਸ਼ ਜਪਣ ਦਾ ਉਪਦੇਸ਼ ਦੇਣਾ ਕੀਤਾ ਵੀ ਪਰਮੇਸ਼ਰ ਦੀ ਕੀਰਤੀ ਗਾਓ, ਸਤ ਸੰਗਤ ਕਰੋ। ਫਿਰ ਪਹਿਲ ਰਾਤ ਰਹਿੰਦਿਆਂ ਜਾਗਣਾ ਤੇ ਇਸ਼ਨਾਨ ਪਾਣ ਕਰਨਾ ਤੇ ਪਰਮੇਸ਼ਰ ਦੀ ਬੰਦਗੀ ਕਰਨੀ, ਸਤ ਸੰਗਤ ਵਿੱਚ ਜੁੜਨਾ, ਭਲੇ ਕਰਮ ਕਰਨੇ, ਸਾਰਾ ਉਪਦੇਸ਼ ਸਤਿਗੁਰਾਂ ਨੇ ਦੇਣਾ ਕੀਤਾ। ਤੇ ਔਰ ਸਾਰੀ ਸੰਗਤ ਨੇ ਮੰਨ ਕੇ ਬਚਨ ਇਹ ਅਮਲ ਵਿੱਚ ਲਿਆਂਦਾ, ਸਤ ਸੰਗਤ ਹੋਣ ਲੱਗ ਗਈ। ਇਹ ਸਾਰਾ ਕੁਝ ਜਦੋਂ ਸਤਿਗੁਰਾਂ ਜੀ ਨੇ ਦੇ ਉਪਦੇਸ਼ ਅਨੁਸਾਰ ਹੋਇਆ, ਤੇ ਫਿਰ ਉਹ ਜ਼ਿਮੀਂਦਾਰ ਜਿਹੜਾ ਪਹਿਲਾਂ ਮਿਲਿਆ ਸੀ ਨਾ, ਜਿਹੜਾ ਮਨੁੱਖ ਪਹਿਲਾਂ ਮਿਲਿਆ ਸੀ, ਜਿਹਨੂੰ ਕਿਹਾ ਸੀ ਵੀ ਕੁਦਰਤ ਕਰਤਾਰ ਜਿਹੜਾ ਜਾਣਿਆ ਜਾਂਦਾ ਹੈ ਕੁਦਰਤ ਕਰਕੇ, ਤੇ ਕਹਿੰਦੇ ਵੀ ਉਹ ਕੁਦਰਤ ਜਿਹੜੀ ਆ ਉਹਦੇ ਬਾਰੇ ਦੱਸੋ। ਹੁਣ ਸਵਾਲ ਕਰਦੇ ਨੇ, ਪ੍ਰਸੰਗ ਇੱਥੇ ਥੋੜਾ ਬਦਲਿਆ ਵੀ ਉਹ ਜਿਹੜੀ ਕੁਦਰਤ ਹੈ ਨਾ ਉਹਦੇ ਬਾਰੇ ਹੁਣ ਦੱਸਣਾ ਕਰੋ। ਉਹ ਪ੍ਰਸੰਗ ਹੁਣ ਇੱਥੋਂ ਸ਼ੁਰੂ ਹੋ ਰਿਹਾ ਹੈ
ਤੇ ਜਿਵੇਂ ਸਤਿਗੁਰੂ ਜੀ ਬਾਰੇ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇੱਕ ਕਥਾ ਜਿਹੜੀ ਸਤਿਗੁਰੂ ਜੀ ਆਪ ਕਰਵਾ ਲੈਣ ਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਭ ਸੰਗਤ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਹਕ ਪੂਰਬ ਸਿੱਖ ਜੋ ਬੋਲਿਓ ਦ્વੈ ਕਰ ਬੰਦ। ਰਾਹਕ ਭਾਵ ਜ਼ਿਮੀਂਦਾਰ ਕਿਸਾਨ, ਉਹ ਦੋਨੇ ਹੱਥ ਜੋੜ ਕੇ ਤੇ ਸਤਿਗੁਰਾਂ ਦੇ ਚਰਨਾਂ ਅੱਗੇ ਬੇਨਤੀ ਕਰਨ ਲੱਗਾ। ਪੂਰਬ ਸਿੱਖ ਜੋ ਸਭ ਤੋਂ ਪਹਿਲਾਂ ਮਿਲਿਆ ਸੀ ਨਾ, ਜਿਹਨੇ ਵਚਨ ਕੀਤਾ ਸੀ ਵੀ ਉਹ ਕਰਤਾਰ ਕਿਵੇਂ ਜਾਣਾਂਗੇ, ਕੌਣ ਹੈ ਕਰਤਾਰ, ਕਿੱਥੇ ਰਹਿੰਦਾ ਹੈ, ਤੇ ਸਤਿਗੁਰਾਂ ਨੇ ਕਿਹਾ ਵੀ ਕੁਦਰਤ ਕਰਕੇ। ਜਾਣਿਆ ਕਿਵੇਂ ਜਾਂਦਾ, ਕਿਹਾ ਕੁਦਰਤ ਕਰਕੇ। ਹੁਣ ਉਹਨੂੰ ਉਸ ਗੱਲ ਦਾ ਚੇਤਾ ਸੀ, ਉਹਨੂੰ ਚੇਤਾ ਆਇਆ ਉਸ ਗੱਲ ਦਾ, ਤੇ ਕਹਿਣ ਲੱਗੇ ਵੀ ਕੁਦਰਤ ਬਾਰੇ ਵੀ, ਕਰਤਾਰ ਬਾਰੇ ਤੁਸੀਂ ਦੱਸਿਆ, ਤੇ ਜਿਹੜੀ ਕੁਦਰਤ ਕਰਕੇ ਕਰਤਾਰ ਜਾਣਨ ਦੀ ਗੱਲ ਕੀਤੀ ਸੀ ਨਾ ਪਹਿਲਾਂ ਤੁਸੀਂ ਸਤਿਗੁਰੂ ਜੀ, ਉਹ ਵੀ ਹੁਣ ਸਾਨੂੰ ਉਹਦੇ ਬਾਰੇ, ਕੁਦਰਤ ਬਾਰੇ ਵੀ ਦੱਸਣਾ ਕਰੋ। ਕੁਦਰਤ ਕੋ ਕੁਛ ਪਤਾ ਮੁਝ ਦਰਸਾਵੋ ਸੁਖ ਕੰਦ। ਇਹ ਸੁੱਖਾਂ ਦੇ ਮੂਲ ਸਤਿਗੁਰੂ ਸਾਹਿਬ ਜੀਓ ਮਹਾਰਾਜ, ਕੁਛ ਉਸ ਕੁਦਰਤ ਬਾਰੇ ਵੀ ਸਾਨੂੰ ਦੱਸਣਾ ਕਰੋ। ਸ਼ੰਕਰ ਚੰਦ ਸੁਨ ਕਰ ਤੈਂ ਕੇ ਬਚ ਗੁਰ, ਨਾਨਕ ਕਰੀ ਗਿਰਾ ਉਚਾਰ। ਉਸ ਮਨੁੱਖ ਦੀ ਬੇਨਤੀ ਸੁਣ ਕੇ, ਉਸ ਜ਼ਿਮੀਂਦਾਰ ਦੀ ਬੇਨਤੀ ਸੁਣ ਕੇ ਨਾ, ਤੇ ਸਤਿਗੁਰਾਂ ਨੇ ਧਿਆਨ ਨਾਲ ਸੁਣਨਾ ਕੀਤੀ। ਧਿਆਨ ਨਾਲ ਸੁਣ ਕੇ ਸਤਿਗੁਰਾਂ ਨੇ ਆਪਣੇ ਮੁਖ ਤੋਂ ਬਚਨ ਕੀਤਾ ਹੈ, ਜਾਓ ਖੇਤ ਮੈਂ ਬੂਟੇ ਉਪਾਰੋ, ਦੇਖੋ ਕੁਦਰਤ ਭਾਰ। ਸਤਿਗੁਰੂ ਜੀ ਕਹਿਣ ਲੱਗੇ ਭਾਈ ਜਾਓ, ਇੱਕ ਮਨੁੱਖ ਉੱਠ ਕੇ ਜਾਓ ਤੇ ਜਾ ਕੇ ਉਹ ਖੇਤੀ ਦਾ ਬੂਟਾ ਪੁੱਟੋ, ਤੇ ਬੂਟੇ ਨੂੰ ਉਸ ਨੂੰ ਪੁੱਟ ਕੇ ਨਾ ਖੇਤੀ ਦੇ ਨੂੰ, ਤੇ ਉੱਥੇ ਜਾ ਕੇ ਵੇਖੋ, ਦੇਖੋ ਕੁਦਰਤ ਭਾਰ। ਇਹ ਜਿਹੜੀ ਭਾਰੀ ਕੁਦਰਤ ਹੈ ਨਾ, ਉਹਨੂੰ ਦੇਖਣਾ ਕਰੋ ਬੂਟਾ ਪੁੱਟ ਕੇ। ਅਚਰਜ ਜੇ ਕੋ ਰੂਪ ਲਖੀਅਤ, ਸਕੇ ਕੌਣ ਨਾ ਚੀਨ। ਜਿਹੜੀ ਕੁਦਰਤ ਦਾ ਰੂਪ ਜਿਹੜਾ ਆ ਅਚਰਜ ਆ, ਭਾਵ ਸਮਝ ਵਿੱਚ ਨਾ ਆਉਣ ਵਾਲਾ, ਹੈਰਾਨ ਕਰਨ ਵਾਲਾ, ਅਨੂਪਮ, ਐਸੀ ਜਿਹੜੀ ਕੁਦਰਤ ਹੈ, ਸਤਿਗੁਰੂ ਕਹਿੰਦੇ ਉਹਨੂੰ ਕੌਣ ਨਹੀਂ ਜਾਣ ਸਕਦਾ, ਉਹਨੂੰ ਕੌਣ ਨਹੀਂ ਪਛਾਣ ਸਕਦਾ। ਸੁਰ ਨਰ ਅਸੁਰ ਅਹੇ ਤਰੇ, ਤਾਂ ਕਿ ਉਰਦ ਜਿਨ ਏਕੀਨ। ਜਿਹੜੇ ਸੁਰ ਕਹੀਏ ਦੇਵਤੇ, ਨਰ ਕਹੀਏ ਮਨੁੱਖ, ਅਸੁਰ ਭਾਵ ਦੈਂਤ, ਦੇਵਤੇ ਮਨੁੱਖ ਤੇ ਦੈਂਤ, ਇਹ ਤਰੇ ਤਾਂ ਕਿ ਉਰਦ, ਇਹ ਭਾਵ ਨਾਗ ਸੱਪ, ਤਰੇ ਪਤਾਲ, ਫਿਰ ਉਰਦ ਆਕਾਸ਼, ਤੇ ਇਹ ਜਿਹੜਾ ਮਾਤ ਲੋਕ ਹੈ, ਮਾਤ ਲੋਕ, ਪਤਾਲ ਲੋਕ ਤੇ ਆਕਾਸ਼ ਲੋਕ, ਫਿਰ ਇਹ ਦੇਵਤੇ, ਇਹ ਦੈਂਤ, ਇਹ ਮਨੁੱਖ ਜਿਸ ਪ੍ਰਮਾਤਮਾ ਨੇ ਪੈਦਾ ਕੀਤੇ ਹਨ। ਨਿਜ ਕਾਨ ਸੁਨ ਮਤਵਾਨ ਮਾਨਵ, ਖੇਤ ਮੈਂ ਤਬ ਜਾਏ। ਤੇ ਉਸ ਜ਼ਿਮੀਂਦਾਰ ਨੇ, ਉਸ ਸੇਵਕ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਜੋ ਸਤਿਗੁਰਾਂ ਦਾ ਬਚਨ, ਤੇ ਸੁਣ ਕੇ ਉਸ ਸਿਆਣੇ ਮਨੁੱਖ ਨੇ ਖੇਤ ਵਿੱਚ ਉਸੇ ਵੇਲੇ ਜਾਣਾ ਕੀਤਾ। ਗੋ ਧੂਮ ਬੂਟ ਉਖਾਰ ਦੇਖਿਓ, ਰਿਓ ਉਰ ਬਿਸਮਾਏ। ਸਤਿਗੁਰਾਂ ਦਾ ਬਚਨ ਮੰਨ ਕੇ ਉਸ ਬੂਟੇ ਨੂੰ ਪੁੱਟ ਕੇ, ਕਣਕ ਦਾ ਬੂਟਾ, ਗੋ ਧੂਮ ਕਹਿੰਦੇ ਨੇ ਕਣਕ ਨੂੰ, ਕਣਕ ਦਾ ਬੂਟਾ ਖਾਰ ਕੇ ਦੇਖਿਆ। ਜਦੋਂ ਵੇਖਿਆ ਤੇ ਪੁੱਟਿਆ ਨਾ, ਤੇ ਬੜਾ ਹੈਰਾਨ ਹੋਇਆ, ਬੜਾ ਵਿਸਮਾਦ ਹੋਇਆ। ਕਿਉਂ ਹੋਇਆ ਕਿ ਦੱਸ ਰਹੇ ਨੇ, ਅੰਗਾਰ ਅਗਨੀ ਅਰੁਣ ਦੀਸਤ, ਤੇਜ ਨੇ ਸਹਿ ਜਾਏ। ਹੁਣ ਉਹ ਕਣਕ ਦਾ ਬੂਟਾ ਪੁੱਟਿਆ, ਜਦੋਂ ਜੜਾਂ ਪੁੱਟੀਆਂ ਨਾ ਉਹਦੀਆਂ, ਤੇ ਉਹ ਲਾਲ ਅੰਗਿਆਰ ਭਖ ਰਹੇ ਆ, ਅਗਨੀ ਭਖ ਰਹੀ ਆ, ਤੇ ਲਾਲ ਹੋਇਆ ਪਿਆ, ਇਸ ਤਰ੍ਹਾਂ ਦਾ ਦਿਸ ਰਿਹਾ ਆ। ਉਹਦਾ ਸੇਕ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜਾ ਸਹਿਆ ਨਹੀਂ ਜਾ ਸਕਦਾ। ਸਭ ਲੋਕ ਹੀਰਨ ਹੇਤ ਦੋਰੇ, ਬਹੁਤ ਜਿਨ ਮਨ ਚਾਏ। ਜਦੋਂ ਸਾਰੇ ਲੋਕਾਂ ਨੇ ਵੇਖਿਆ ਨਾ, ਐਸਾ ਅਚਰਜ ਹੋਏ, ਹੈਰਾਨ ਹੋਏ, ਇਸ ਤਰ੍ਹਾਂ ਦਾ ਜਦੋਂ ਦ੍ਰਿਸ਼ ਵੇਖਿਆ, ਤੇ ਸਾਰੇ ਲੋਕਾਂ ਦੇ ਮਨ ਵਿੱਚ ਨਾ ਚਾਹ ਪੈਦਾ ਹੋਇਆ ਦੇਖਣ ਦਾ,
ਤੇ ਸਾਰੇ ਦੌੜ ਕੇ ਉਸ ਥਾਂ ਦੇ ਉੱਤੇ ਆਏ। ਹੀਰ ਹੀਰ ਆਚਰਜ ਮਾਨੇ ਅਗਨ ਪਰ ਪਿਖ ਖੇਤ। ਦੇਖ ਦੇਖ ਕੇ ਬੜੇ ਹੈਰਾਨ ਹੁੰਦੇ ਨੇ, ਬੜੀ ਹੈਰਾਨੀ ਮੰਨਦੇ ਨੇ ਵੀ ਇਹ ਥੱਲੇ ਅਗਨ ਹੈ, ਐਸੀ ਅੱਗ ਹੈ, ਤੇ ਉੱਤੇ ਖੇਤੀ ਹੈ, ਖੇਤੀ ਬੜੀ ਹਰੀ ਭਰੀ ਆ। ਹੁਣ ਵੇਖੋ ਅਚਰਜ ਵਾਲੀ ਗੱਲ ਵੀ ਥੱਲੇ ਜਦੋਂ ਵੇਖਿਆ ਵੀ ਇੰਨਾ ਸੇਕ ਆ, ਲਾਲ ਅੰਗਾਰਿਆਂ ਵਾਂਗੂ, ਜਿਵੇਂ ਅੰਗਾਰੇ ਭਖਦੇ ਨੇ, ਕੋਲੇ ਭਖਦੇ ਨੇ, ਇਸ ਤਰ੍ਹਾਂ ਦਾ ਸੇਕ ਆ, ਤੇ ਇਦਾਂ ਦੀ ਥੱਲੇ ਅਗਨੀ ਹੈ ਤੇ ਉੱਤੇ ਖੇਤੀ ਆ, ਉਹ ਹਰੀ ਭਰੀ ਖੇਤੀ ਹੈ। ਇਹ ਵੇਖ ਕੇ ਬੜਾ ਹੈਰਾਨ ਹੋਏ। ਜੈ ਛੁਵਤ ਜਰਹੀ ਦਾਰ ਦਰੁਤ ਸਭ ਹਰੀ ਪੀ ਕੈ ਹੇਤ। ਹਾਂ, ਜੇ ਸ਼ੁਭਤ ਜਰਹੀ, ਦੁਆਰ ਕਹਿੰਦੇ ਲੱਕੜੀ ਨੂੰ, ਦਾਰ ਕਹਿੰਦੇ ਉਹ ਜੇ ਲੱਕੜੀ ਨਾਲ ਛੂਵੇ ਤੇ ਛੇਤੀ ਜਲ ਜਾਂਦੀ ਹੈ। ਇੰਨਾ ਸੇਕ ਹੈ ਉਹਦੇ 'ਚ, ਇੰਨੀ ਅੱਗ ਆ ਵੀ ਲੱਕੜੀ ਨਾਲ ਛੂਵੇ ਤੇ ਛੇਤੀ ਜਲ ਜਾਂਦੀ। ਪਰ ਇਹ ਖੇਤੀ ਜਿਹੜੀ ਹੈ ਇੰਨੀ ਹਰੀ ਭਰੀ, ਇਹ ਕਿਵੇਂ ਆ? ਕੀ ਕਾਰਨ ਹੈ? ਕਿਸ ਕਾਰਨ ਕਰਕੇ ਖੇਤੀ ਇਸ ਤਰ੍ਹਾਂ ਹਰੀ ਹੈ? ਕਰਤਾਰ ਕੁਦਰਤ ਅਤ ਬਲ ਛਟੋ ਕੀਨੀ ਅਚਰਜ ਬਾਤ। ਉਸ ਕਰਤਾਰ ਦੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ ਨਾ, ਅਤ ਬਲਿਸ਼ਟ ਹੈ, ਭਾਵ ਅਤ ਬਲਵਾਨ ਹੈ, ਬੜੀ ਬਲਵਾਨ ਹੈ। ਕੀਨ ਅਚਰਜ ਬਾਤ, ਕਿ ਕੈਸੀ ਅਚਰਜ ਬਾਤ ਹੈ, ਕਿਸੇ ਕੈਸੀ ਹੈਰਾਨ ਕਰਨ ਵਾਲੀ, ਸਮਝ ਨਾ ਆਉਣ ਵਾਲੀ ਬਾਤ ਹੈ। ਹੈ ਅਗਨੀ ਉਪਰ ਤ੍ਰਿਸ਼ੀ ਬ੍ਰਿਦਤ ਹਰੀ ਬੋਜੇ ਪਾਤ। ਥੱਲੇ ਅਗਨੀ ਹੈ, ਉੱਪਰ ਖੇਤੀ ਹੈ, ਤੇ ਖੇਤੀ ਵੱਧ ਰਹੀ ਹੈ, ਖੇਤੀ ਨੂੰ ਕੋਈ ਫਰਕ ਨਹੀਂ ਪੈ ਰਿਹਾ, ਬੜੀ ਹਰੀ ਭਰੀ ਖੇਤੀ ਹੈ, ਬ੍ਰਿਦਤ ਵੱਧ ਰਹੀ ਹੈ, ਹਰੀ ਹੈ, ਤੇ ਹਰੇ ਹਰੇ ਖੇਤੀ ਦੇ ਜਿਹੜੇ ਪੱਤੇ ਹਨ, ਇਹ ਸਮਝ ਨਹੀਂ ਲੱਗ ਰਹੀ। ਕਰਤਾਰ ਬੋਰ ਲਖਾਏ ਕੁਦਰਤ ਸਤ ਨਾਮ ਜਪਾਏ। ਇਸ ਤਰ੍ਹਾਂ ਜਦੋਂ ਵੇਖਿਆ ਨਾ, ਸਾਰੇ ਹੈਰਾਨ ਹੋਏ। ਕੁਦਰਤ ਨੂੰ ਵੇਖਣਾ ਚਾਹੁੰਦੇ ਨੇ। ਕੁਦਰਤ ਕਰਕੇ ਵਸਿਆ ਸੋਏ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜੇ ਉਸ ਕਰਤੇ ਦੀ ਕੁਦਰਤ ਨੂੰ, ਉਹ ਕਰਤੇ ਦੀ ਮਹਿਮਾ ਨੂੰ ਜਾਣਨਾ ਤੇ ਉਹਦੀ ਕੁਦਰਤ ਨੂੰ ਜਾਣੀਏ, ਕੁਦਰਤ ਨੂੰ ਵੇਖੀਏ। ਬਲਿਹਾਰੀ ਕੁਦਰਤ ਵਸਿਆ, ਉਹਦੀ ਕੁਦਰਤ ਦਾ ਕੋਈ ਖਾਲਸਾ ਜੀ ਅੰਤ ਨਹੀਂ ਪਾ ਸਕਦਾ। ਪਰਮੇਸ਼ਰ ਦਾ ਅੰਤ ਕਿਨੇ ਪਾਉਣਾ? ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਕੁਦਰਤ ਤੋਂ ਹੀ ਜੀਵ ਬਲਿਹਾਰੇ ਜਾਂਦਾ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਅਗਨੀ ਹੈ ਤੇ ਉਹ ਕਰਤਾਰ ਬੌਰ ਲਖਾਏ। ਕਰਤਾਰ ਭਾਵ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਣਾ ਕੇ ਨਾ, ਉਹਦੀ ਮਹਿਮਾ ਨੂੰ ਜਣਾ ਕੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ ਸੱਚੇ ਨਾਮ ਦਾ, ਸਤਨਾਮ ਵਾਹਿਗੁਰੂ ਦਾ ਨਾਮ ਜਪਾਉਣਾ ਕੀਤਾ। ਕਰ ਧਰਮਸ਼ਾਲਾ ਗ੍ਰਾਮ ਗ੍ਰਾਮੀ ਨਾਮ ਦਾਨ ਦ੍ਰਿੜਾਏ। ਧਰਮਸ਼ਾਲਾ ਤਿਆਰ ਕਰਵਾਈਆਂ। ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਵੀ ਧਰਮਸ਼ਾਲਾ ਬਣਾਓ। ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ। ਘਰ ਘਰ ਅੰਦਰ ਖਾਲਸਾ ਜੀ ਧਰਮਸਾਲ ਹੋਣੀ ਚਾਹੀਦੀ। ਧਰਮਸਾਲ ਭਾਵ ਧਰਮਸਾਲ ਵਿੱਚ ਸਤ ਸੰਗਤ ਕੀਤੀ ਜਾਂਦੀ ਹੈ, ਨਾਮ ਜਪਿਆ ਜਾਂਦਾ। ਜਿਹੜੇ ਘਰ ਦੇ ਵਿੱਚ ਨਿਤਨੇਮ ਹੁੰਦਾ ਹੈ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹੀ ਜਾਂਦੀ ਹੈ। ਸ਼ਾਮ ਨੂੰ ਸੰਧਿਆ ਸਮੇਂ ਸੋਧਾ ਰਸ ਦਾ ਪਾਠ ਹੁੰਦਾ ਹੈ, ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਹੁੰਦਾ ਹੈ। ਫਿਰ ਜਦੋਂ ਸਮਾਂ ਲੱਗੇ ਬਾਣੀ ਨਾਲ ਜੁੜਨਾ, ਕੋਈ ਸਹਿਜ ਪਾਠ ਕਰਦੇ ਨੇ, ਉਹ ਘਰ ਘਰ ਅੰਦਰ ਧਰਮਸਾਲ ਹੈ। ਬਾਣੀ ਨਾਲ ਜੁੜਦੇ ਨੇ, ਸੈਂਚੀਆਂ ਰੱਖਦੇ ਨੇ, ਘਰ ਵਿੱਚ ਸਹਿਜ ਪਾਠ ਕਰਦੇ ਨੇ, ਕੀ ਧਰਮਸਾਲ ਹੈ। ਫਿਰ ਕਈ ਥਾਵਾਂ ਤੋਂ, ਗੁਰਸਥਾਨਾਂ ਤੋਂ ਲਾਈਵ ਕਥਾ ਚੱਲਦੀ, ਜਿਵੇਂ ਇਹ ਵੀ ਕਥਾ ਹੁਣ ਲਾਈਵ ਚੱਲ ਰਹੀ ਹੈ। ਇੱਥੋਂ ਸੁਬਾਹ ਵੀ ਹੁਕਮਨਾਮੇ ਦੀ ਕਥਾ, ਇਤਿਹਾਸ ਦੀ ਕਥਾ ਕਿੰਨੇ ਸਥਾਨਾਂ ਤੋਂ ਚੱਲਦੀ। ਘਰ ਬੈਠ ਕੇ ਜਿਹੜੇ ਨਹੀਂ ਗੁਰੂ ਘਰ ਵਿੱਚ ਆ ਸਕਦੇ, ਉਹ ਘਰ ਬਹਿ ਕੇ ਵੀ ਸਰਵਣ ਕਰ ਲੈਂਦੇ। ਕਿਸੇ ਦੀ ਮਜਬੂਰੀ ਹੋ ਸਕਦੀ ਹੈ, ਗੁਰੂ ਘਰ ਨਹੀਂ ਆ ਸਕਦਾ, ਉਹ ਉੱਥੇ ਸੁਣ ਲੈਂਦੇ। ਉੱਥੇ ਕੀ ਹੈ, ਜਦੋਂ ਟੀਵੀ ਲੱਗਦਾ, ਗੁਰੂ ਕੀ ਬਾਣੀ ਦਾ ਅਰਥ ਸੁਣਦੇ ਨੇ, ਕਥਾ ਸੁਣਦੇ ਨੇ, ਗੁਰੂ ਕੇ ਇਤਿਹਾਸ ਦੀ ਕਥਾ ਸੁਣਦੇ ਨੇ। ਉਹ ਕੀ ਹੈ, ਧਰਮਸ਼ਾਲਾ ਬਣਦੇ ਨੇ। ਤੇ ਸਤਿਗੁਰਾਂ ਨੇ ਸਾਂਝੀ ਉਹ ਧਰਮਸ਼ਾਲਾ ਬਣਾਈ, ਜਿੱਥੇ ਸਾਰੇ ਮਿਲ ਕੇ ਬੈਠਣ। ਖਾਲਸਾ ਜੀ ਭਾਵੇਂ ਸੀ ਘਰ ਵਿੱਚ ਵੀ, ਚਲੋ ਠੀਕ ਹੈ, ਮਜਬੂਰੀ ਹੈ, ਸੁਣਦਾ ਕੋਈ, ਠੀਕ ਹੈ, ਵਧੀਆ ਵਧੀਆ ਗੱਲ ਆ, ਪਰ ਸੰਗਤ ਵਿੱਚ ਆਉਣਾ ਬੜਾ ਜ਼ਰੂਰੀ ਹੈ। ਹੋ ਸਕੇ ਤੇ ਸੰਗਤ ਵਿੱਚ ਦੋਨੋਂ ਸਮੇਂ ਆਉਣਾ ਚਾਹੀਦਾ ਹੈ। ਜੇ ਕੋਈ ਮਜਬੂਰੀ ਹੋਵੇ ਤੇ ਇੱਕ ਸਮੇਂ ਤਾਂ ਸਿੱਖ ਜ਼ਰੂਰ ਆਵੇ ਨਾ, ਗੁਰੂ ਦਾ ਹੁਕਮ ਹੈ। ਸੋ ਸਤਿਗੁਰਾਂ ਨੇ ਧਰਮਸ਼ਾਲਾ ਬਣਵਾਈ। ਧਰਮਸ਼ਾਲਾ ਬਣਵਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਤੇ ਨਾਮ ਦੀ ਦਾਤ ਦੇ ਕੇ ਨਾਮ ਦਾਨ ਦ੍ਰਿੜ ਕਰਾਇਆ, ਨਾਮ ਜਪਾਇਆ ਹੈ। ਤਬ ਕੀਨ ਦੇਸ਼ ਪਵਿੱਤਰ ਸਗਰੂ ਲਗੇ ਕੀਰਤ ਗਾਨ। ਤੇ ਸਾਰਾ ਦੇਸ਼ ਪਵਿੱਤਰ ਕਰਤਾ, ਕਿਉਂਕਿ ਦੇਸ਼ ਦਾ ਰਾਜਾ ਵੀ, ਦੇਸ਼ ਦੀ ਪ੍ਰਜਾ ਵੀ, ਉਹਨਾਂ ਨੂੰ ਨਾਮ ਦੇ ਨਾਲ ਜੋੜਿਆ। ਨਾਮ ਪਰਮੇਸ਼ਰ ਦਾ ਨਾਮ ਜੋ ਸਦੀਵੀ ਹੈ। ਪਰ ਖਾਲਸਾ ਜੀ
ਕਈ ਆਪਣੇ ਨਾਮ ਬਣਾਏ ਹੋਏ ਆਪਣੇ ਨਾਲ ਜੋੜਦੇ, ਮਨੁੱਖਾਂ ਨਾਲ ਜੋੜਦੇ ਆ। ਮਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੇ ਭਗਵਾਨ। ਉਸ ਭਗਵਾਨ ਦੇ ਨਾਲ, ਉਸ ਕਰਤਾਰ ਦੇ ਨਾਮ ਦੇ ਨਾਲ ਸਤਿਗੁਰਾਂ ਨੇ ਜੋੜਨਾ ਕੀਤਾ। ਇਹ ਉਹਨਾਂ ਵਾਸਤੇ ਤਾਂ ਉਪਦੇਸ਼ ਹੈ ਜਿਹੜੇ ਅਸੀਂ ਸਰਵਣ ਕਰਦੇ ਆ ਨਾ ਕਥਾ, ਸਾਡੇ ਵਾਸਤੇ ਵੀ ਉਪਦੇਸ਼ ਹੈ ਇਹ ਕਿ ਸਾਖੀ ਸਾਡੇ ਜੀਵਨ ਦੇ ਵਿੱਚ ਨਾ ਬੜਾ ਮਾਇਨਾ ਰੱਖਦੀ ਹੈ। ਜੇ ਇਹਨੂੰ ਸਰਵਣ ਕਰਕੇ ਮੰਨਣ ਕਰੀਏ, ਮੰਨਣ ਕਰਕੇ ਇਹਦਾ ਨਿਧਿਆਸਨ ਕਰੀਏ, ਇਹਨੂੰ ਜੀਵਨ ਦੇ ਵਿੱਚ ਢਾਲੀਏ। ਸੋ ਸਤਿਗੁਰਾਂ ਨੇ ਪਿੰਡ ਪਿੰਡ ਨਗਰਾਂ ਨਗਰਾਂ ਦੇ ਵਿੱਚ ਨਾਮ ਦੀ ਦਾਤ ਦੇ ਕੇ ਧਰਮਸ਼ਾਲਾ ਬਣਵਾ ਕੇ ਸਤ ਸੰਗਤ ਦੀ ਰੀਤੀ ਚਲਾ ਕੇ ਸਾਰੇ ਦੇਸ਼ ਨੂੰ ਪਵਿੱਤਰ ਕੀਤਾ। ਸਾਰੇ ਦੇਸ਼ ਦੇ ਜਿੱਥੇ ਧਰਮਸ਼ਾਲਾ ਬਣੀਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ, ਉੱਥੇ ਸਤ ਸੰਗਤ ਹੁੰਦੀ ਹੈ ਤੇ ਸਾਰੇ ਉਹ ਪਰਮੇਸ਼ਰ ਦੀ ਕੀਰਤੀ ਗਾਉਂਦੇ ਹਨ। ਸ਼ੁਭ ਚਲੀ ਰੀਤ ਪੁਨੀਤ ਸਿੱਖੀ ਸਤ ਗੁਰੂ ਕੁਰਬਾਨ। ਪਵਿੱਤਰ ਸਿੱਖੀ ਵਾਲੀ ਜਿਹੜੀ ਸ਼ੁਭ ਰੀਤ ਹੈ ਨਾ, ਚੰਗੀ ਰੀਤ ਜਿਹੜੀ ਹੈ ਉਹ ਚੱਲੀ ਹੈ ਤੇ ਸਾਰੇ ਰਾਜਾ ਤੇ ਪ੍ਰਜਾ ਜਿੰਨੇ ਲੋਕ ਨੇ ਸਾਰੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਨੇ। ਮਨ ਹੀ ਮਨ ਸਤਿਗੁਰੂ ਤੋਂ ਵਾਰਨੇ ਜਾਂਦੇ ਨੇ। ਵਾਰਨੇ ਬਲਿਹਾਰਨੇ ਲੱਖ ਬਰੀਆ ਨਾਮੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਇਸ ਤਰ੍ਹਾਂ ਸਤਿਗੁਰਾਂ ਤੋਂ ਕੁਰਬਾਨ ਜਾਂਦੇ ਨੇ। ਤੇ ਖਾਲਸਾ ਜੀ ਜਦੋਂ ਸਿੱਖ ਸਤਿਗੁਰੂ ਤੋਂ ਕੁਰਬਾਨ ਜਾਂਦਾ ਹੈ ਨਾ, ਤੇ ਸਤਿਗੁਰੂ ਵੀ ਜਿਹੜਾ ਨਾਮ ਜਪਣ ਵਾਲਾ ਸਿੱਖ ਆ ਤੇ ਹੋਰਨਾਂ ਨੂੰ ਜਪਾਉਣ ਵਾਲਾ ਨਾ, ਉਹਦਾ ਵੀ ਬੜਾ ਮਾਣ ਸਤਿਕਾਰ ਕਰਦੇ ਨੇ। ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ। ਨਾਮ ਦੀ ਕਿੰਨੀ ਮਹਾਨਤਾ ਹੈ ਨਾਮ ਜਪਣ ਵਾਲਿਆਂ ਦੀ, ਜਿਹੜੇ ਨਾਮ ਜਪ ਕੇ ਹੋਰਨਾਂ ਨੂੰ ਵੀ ਪ੍ਰੇਰਨਾ ਕਰਦੇ ਨੇ। ਸੋ ਉਹ ਸਿੱਖ ਸੇਵਕ ਜਿਹੜੇ ਨੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਤੇ ਸਤਿਗੁਰੂ ਵੀ ਤਿਸ ਸੇਵਕ ਹੈ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ। ਸਤਿਗੁਰਾਂ ਦੀ ਬਾਣੀ ਵਿੱਚ ਦਰਜ ਹੈ ਕਿ ਤਿਸ ਸੇਵਕ ਹੈ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੇ। ਜਿਹੜਾ ਆਪਣੇ ਪ੍ਰਭੂ ਨੂੰ ਭਾ ਜਾਵੇ, ਚੰਗਾ ਲੱਗੇ ਨਾ, ਤੇ ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੀ ਜਾਣਾ। ਸੋ ਇਹ ਸਾਰੇ ਜਿਹੜੇ ਲੋਕ ਨੇ ਨਾ ਉੱਥੋਂ ਦੇ ਮੁਨਾਫਿਕ ਦੇਸ਼ ਦੇ, ਉਹ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਸਤ ਸੰਗਤ ਕਰਦੇ ਨੇ ਔਰ ਸਤਿਗੁਰਾਂ ਤੋਂ ਕੁਰਬਾਨ ਸਦਕੇ ਵਾਰਨੇ ਜਾਂਦੇ ਹਨ। ਨਰ ਕਰੇ ਪ੍ਰੀਤ ਨਰ ਕਰੇ ਕੀਰਤ ਪ੍ਰੀਤ ਯੁਤ ਉਰ ਧਰੀ ਸ਼ਰਦਾ ਨਾਮ। ਸਾਰੇ ਮਨੁੱਖ ਸਾਰੇ ਗੁਰੂ ਕੀ ਸਿੱਖੀ ਧਾਰਨ ਕਰ ਚੁੱਕੇ ਨੇ। ਉਹ ਜਿਹੜੇ ਸਿੱਖੀ ਧਾਰਨ ਕੀਤੇ ਨੇ ਉਹ ਪ੍ਰਭੂ ਦੀ ਕੀਰਤੀ ਬੜੀ ਪ੍ਰੀਤ ਦੇ ਨਾਲ, ਪ੍ਰੀਤ ਜੁਤ ਪ੍ਰੀਤ ਦੇ ਨਾਲ, ਕਿਉਂਕਿ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਇੱਕ ਬੱਧਾ ਚੱਟੀ ਕੰਮ ਕਰਨਾ ਵੀ ਕੰਮ ਨਿਬੇੜਨਾ ਉਹ ਨਹੀਂ। ਸਤਿਗੁਰੂ ਕਹਿੰਦੇ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਪ੍ਰੀਤ ਜੁਤ ਪ੍ਰੇਮ ਦੇ ਨਾਲ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਪ੍ਰੀਤ ਕਰਕੇ ਤੇ ਹਿਰਦੇ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਨਾਮ ਨੂੰ ਜਪਣਾ ਕਰਦੇ ਹਨ। ਬਰ ਪਰਮਾ ਮਦ ਅਪਵਰਗ ਸੁਮਰਨ ਧਰਮ ਅਰਥੇ ਕਾਮ। ਜੋ ਸਤਿਗੁਰੂ ਦਾ ਨਾਮ ਦਾ ਸਿਮਰਨ ਹੈ ਨਾ, ਕਹਿੰਦੇ ਧਰਮ ਅਰਥ ਤੇ ਕਾਮ ਮੋਖ ਇਹਦੀ ਪ੍ਰਾਪਤੀ ਕਰਾਉਣ ਵਾਲਾ, ਇਹਦੇ ਵਰਾਂ ਦਾ ਦਾਤਾ ਹੈ ਸਿਮਰਨ। ਖਾਲਸਾ ਜੀ ਜਿਹੜਾ ਨਾਮ ਸਿਮਰਨ ਹੈ ਨਾ, ਧਰਮ ਅਰਥ ਕਾਮ ਮੋਖ ਜਿਹਨੂੰ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ, ਇਹ ਚਾਰ ਪਦਾਰਥ ਜਿਹੜੇ ਨੇਗੇ। ਕਹਿੰਦੇ ਸਿਮਰਨ ਪਰਮੇਸ਼ਰ ਦਾ ਜਿਹੜਾ ਸਿਮਰਨ ਹੈ ਨਾ, ਇਹ ਧਰਮ ਅਰਥ ਤੇ ਕਾਮ ਮੋਖ ਦੀ ਪ੍ਰਾਪਤੀ ਕਰਾਉਣ ਵਾਲਾ ਜਿਹੜਾ ਨਾ, ਇਹ ਉਸ ਵਰ ਦਾ ਦਾਤਾ ਹੈ। ਜਿਸ ਨਾਮ ਤੇ ਸੁਖ ਧਾਮ ਪ੍ਰਾਪਤ ਤਰੇ ਪਤ ਤੇ ਅਨੇਕ। ਇਸ ਪਰਮੇਸ਼ਰ ਦੇ ਨਾਮ ਦੇ ਨਾਲ ਸੁਖ ਧਾਮ, ਸੁੱਖਾਂ ਦਾ ਘਰ ਕਿਹੜਾ, ਸੱਚਖੰਡ ਦੀ ਪ੍ਰਾਪਤੀ ਹੁੰਦੀ, ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਤੇ ਤਰੇ ਪਤਤ ਅਨੇਕ, ਇੱਕ ਨਹੀਂ ਅਨੇਕਾਂ ਹੀ ਪਤਤ ਕਰਮ ਕਰਨ ਵਾਲੇ। ਜਿਵੇਂ ਗਨਕਾ ਪਾਪਣ ਵਰਗੇ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਤੇ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ। ਇਹੋ ਜੇ ਪਾਪੀ ਜਿਨ੍ਹਾਂ ਨੂੰ ਕਦੀ ਯਕੀਨ ਵੀ ਨਹੀਂ ਸੀ ਵੀ ਸਾਡਾ ਵੀ ਕਿਤੇ ਪਾਰ ਉਤਾਰਾ ਹੋ ਜਾਊਗਾ, ਕਿ ਆਪਣੇ ਆਪ 'ਚ ਕਿਤੇ ਯਕੀਨ ਨਹੀਂ ਸੀ ਉਹਨਾਂ ਨੂੰ ਵੀ ਸਾਡਾ ਵੀ ਕਿਵੇਂ ਪਾਰ ਉਤਾਰਾ ਹੋਊਗਾ, ਕਿਉਂਕਿ ਇੰਨੇ ਪਾਪੀ ਆ, ਪਾਪਾਂ ਦੇ ਵਿੱਚ ਇਦਾਂ ਗੜੁੱਚ ਹੋਏ ਆ, ਸਾਡਾ ਨਹੀਂ ਨਿਸਤਾਰਾ ਹੋ ਸਕਦਾ। ਇਹੋ ਜਿਹੇ ਪਾਪੀਆਂ ਨੂੰ ਵੀ ਤਾਰਿਆ। ਕਹਿੰਦੇ ਤਰੇ ਅਨੇਕ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਦੁਨੀਆ ਨੂੰ ਤਾਰਿਆ, ਇੰਨੀ ਲੋਕਾਈ ਨੂੰ ਤਾਰਿਆ ਤੇ ਕਹਿੰਦੇ ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ, ਕੋਈ ਗਿਣਤੀ ਨਹੀਂ ਹੋ ਸਕਦੀ। ਕਹਿੰਦੇ ਅਨੇਕਾਂ ਪਾਪੀਆਂ ਨੂੰ ਤਾਰਨਾ ਕੀਤਾ। ਜੋ ਗੈਨ ਛੋਨੀ ਨਾਗ ਸਦਨਾ ਬ੍ਰਹਮ ਅੰਡੇ ਟੇਕ।
ਆਕਾਸ਼ ਧਰਤੀ ਪਤਾ ਨਾਗ ਸਦਨਾ ਭਾਵ ਪਤਾਲ ਤੇ ਬ੍ਰਹਮ ਅੰਡੇ ਬ੍ਰਹਮੰਡ ਧਰਤੀ ਆਕਾਸ਼ ਪਤਾਲ ਤੇ ਬ੍ਰਹਮੰਡ ਦਾ ਜੋ ਨਾਮ ਆਸਰਾ ਹੈ। ਤੈ ਕੋ ਮੁਨਾਫਿਕ ਨਾਮ ਪੂਰਬ ਫੇਰ ਸਤਗੁਰ ਦੀਨ। ਉਹ ਦੇਸ਼ ਦਾ ਨਾਮ ਜਿਹੜਾ ਮੁਨਾਫਿਕ ਦੇਸ਼ ਸੀ ਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਤੇ ਉਸ ਦੇਸ਼ ਦਾ ਨਾਮ ਸਤਿਗੁਰਾਂ ਨੇ ਬਦਲ ਦਿੱਤਾ। ਪੁਨ ਦੇਸ਼ ਸੁਵਾਲਿਓ ਰਾਖਿਓ ਕਰ ਕੀਰਤ ਰੁਚਰ ਨਵੀਨ। ਰੁਚਰ ਨਵੀਨ ਭਾਵ ਸੁੰਦਰ ਰੀਤੀ, ਜਿਹੜੀ ਨਾਮ ਜਪਣ ਵਾਲੀ, ਸਤ ਸੰਗਤ ਕਰਨ ਵਾਲੀ, ਗੁਰੂ ਕੀ ਕੀਰਤੀ ਕਰਨ ਵਾਲੀ, ਵਡਿਆਈ ਕਰਨ ਵਾਲੀ ਜਿਹੜੀ ਰੀਤੀ ਹੈ ਨਾ, ਉਹ ਸਤਿਗੁਰਾਂ ਨੇ ਚਲਾ ਦਿੱਤੀ ਤੇ ਨਾਮ ਵੀ ਦੇਸ਼ ਦਾ ਸਵਾਲਿਓ ਰੱਖ ਦਿੱਤਾ ਹੈ। ਇਸ ਭਾਂਤ ਕਰ ਉਪਕਾਰ ਤਿਨ ਪਰ ਚਲਨ ਮਨ ਸਾਕੀਨ। ਇਸ ਭਾਂਤ ਇਸ ਤਰ੍ਹਾਂ ਸਤਿਗੁਰਾਂ ਨੇ ਉਪਕਾਰ ਕੀਤਾ ਉਹਨਾਂ ਜੀਵਾਂ ਤੇ, ਹੁਣ ਉਪਕਾਰ ਕਰਕੇ ਜੀਵਾਂ ਨੂੰ ਤਾਰ ਕੇ ਹੁਣ ਅੱਗੇ ਚੱਲਣ ਦੀ ਮਨ ਵਿੱਚ ਇੱਛਾ ਸਤਿਗੁਰਾਂ ਨੇ ਕੀਤੀ ਹੈ। ਭਵ ਸੇਤ ਕੀਰਤ ਕਰਨ ਧਰਨੀ ਜਾਏ ਸਿੱਖ ਸੁਖ ਦੀਨ। ਆਪਣੇ ਸਿੱਖਾਂ ਨੂੰ ਸੁੱਖ ਦੇਣ ਵਾਲੀ ਸਤਿਗੁਰਾਂ ਨੇ ਕੀ ਕੀਤਾ, ਜਿਹੜੀ ਕੀਰਤੀ ਹੈ ਨਾ ਉਹਦਾ ਪੁਲ ਬਣਾ ਦਿੱਤਾ। ਭਾਵ ਇਹ ਸੰਸਾਰ ਦੇ ਉੱਤੇ, ਜਿਹੜਾ ਸੰਸਾਰ ਜਿਵੇਂ ਸਾਗਰ ਦੇ ਉੱਤੇ ਪੁਲ ਪਾਰ ਕੀਤਾ ਤੇ ਮਨੁੱਖ ਪਾਰ ਹੁੰਦਾ ਨਾ, ਇਹ ਸੰਸਾਰ ਰੂਪੀ ਸਾਗਰ ਨੂੰ ਪਾਰ ਕਰਨਾ ਹੈ, ਉਹਦੇ ਉੱਤੇ ਪੁਲ ਬੱਧਾ ਕੀਰਤੀ ਦਾ ਵਡਿਆਈ ਦਾ। ਉਹ ਪੁਲ ਜਿਹੜਾ ਸਤਿਗੁਰਾਂ ਨੇ ਤਿਆਰ ਕੀਤਾ, ਉਸ ਪੁਲ ਦੇ ਉੱਤੇ ਭਾਵ ਕੀਰਤੀ ਦੀ ਵਡਿਆਈ ਕਰਕੇ ਉਸ ਪੁਲ ਦੇ ਰਾਹੀਂ ਸੰਸਾਰ ਸਾਗਰ ਤੋਂ ਤਰਨ ਵਾਸਤੇ ਸਤਿਗੁਰਾਂ ਨੇ ਕੀਤਾ ਹੈ। ਕਰ ਭੂਪ ਪਰਜਾ ਪਰ ਖੁਸ਼ੀ ਗੁਰ ਗਏ ਆਨ ਅਸਥਾਨ। ਉਸ ਰਾਜੇ ਤੇ ਉਥੋਂ ਦੀ ਪਰਜਾ ਤੇ ਸਤਿਗੁਰੂ ਜੀ ਖੁਸ਼ੀ ਕਰਕੇ ਉਹਨਾਂ ਨੂੰ ਨਾਮ ਦੇ ਨਾਲ ਜੋੜ ਕੇ ਸਤ ਸੰਗਤ ਵਿੱਚ ਰਲਾ ਕੇ ਸਤ ਸੰਗਤ ਕਰਨੀ ਸਿਖਾ ਕੇ ਉਪਦੇਸ਼ ਦ੍ਰਿੜ ਕਰਾ ਕੇ ਤੇ ਸਤਿਗੁਰੂ ਜੀ ਹੋਰ ਅਸਥਾਨ ਤੇ ਚਲੇ ਗਏ। ਪਸ਼ਚਾਤ ਨਰ ਚੂਰਤ ਹਿਰਦੇ ਤਬ ਰਹੇ ਹਮੇ ਅਨਜਾਨ। ਸਤਿਗੁਰੂ ਜਦੋਂ ਉੱਥੋਂ ਰਵਾਨਾ ਹੋਏ ਨਾ, ਰਵਾਨਾ ਹੋਣ ਤੋਂ ਹੁਣ ਸਤਿਗੁਰਾਂ ਨਾਲ ਪ੍ਰੇਮ ਬਣ ਗਿਆ, ਕਿਉਂਕਿ ਸਤਿਗੁਰਾਂ ਉਹ ਕਹਿੰਦੇ ਅਸੀਂ ਤੇ ਅਣਜਾਣ ਹੀ ਰਹੇ, ਸਤਿਗੁਰੂ ਦੀ ਪੂਰੀ ਸੇਵਾ ਨਹੀਂ ਕਰ, ਸੇਵਾ ਤਾਂ ਕੀਤੀ ਉਹਨਾਂ ਨੇ ਪਰ ਫਿਰ ਵੀ ਮਨ ਤ੍ਰਿਪਤ ਨਹੀਂ ਹੋਇਆ। ਤੇ ਖਾਲਸਾ ਜੀ ਸਿੱਖ ਦੇ ਮਨ ਵਿੱਚ ਸ਼ਰਧਾ ਤੇ ਭਾਵਨਾ ਹੀ ਐਸੀ ਹੋਣੀ ਚਾਹੀਦੀ, ਜਿੰਨੀ ਮਰਜ਼ੀ ਸੇਵਾ ਕਰੇ ਕਿ ਤ੍ਰਿਪਤ ਨਾ ਹੋਵੇ, ਨਾਮ ਜਪ ਕੇ ਤ੍ਰਿਪਤ ਨਾ ਹੋਵੇ। ਹੋਰ ਜਿਵੇਂ ਕੋਈ ਸੰਸਾਰ ਦੇ ਪਦਾਰਥ ਇਕੱਠੇ ਕਰਦਾ, ਤ੍ਰਿਸ਼ਨਾ ਨਹੀਂ ਨਾ ਬੁੱਝਦੀ ਹੋਰ ਤੇ ਜਿਹੜੇ ਗੁਰਮੁਖ ਪਿਆਰੇ ਆ ਪਰਮੇਸ਼ਰ ਦਾ ਨਾਮ ਜਪਣ ਵਾਲੇ, ਉਹਨਾਂ ਦੀ ਤ੍ਰਿਸ਼ਨਾ ਵੀ ਨਹੀਂ ਪੂਰੀ ਹੁੰਦੀ, ਉਹ ਹੋਰ ਸੇਵਾ ਕਰਨ ਨੂੰ ਲੋਚਦੇ ਵੀ ਹੋਰ, ਕਹਿੰਦੇ ਅਸੀਂ ਸੇਵਾ ਨਹੀਂ ਕਰ ਸਕੇ। ਫਿਰ ਵੀ ਮਨ ਐਸਾ ਖਾਲਸਾ ਜੀ ਸਿੱਖ ਦਾ ਗੁਰੂ ਨਾਲ ਪ੍ਰੇਮ ਹੋਣਾ ਚਾਹੀਦਾ। ਤੇ ਝੂਰਦੇ ਨੇ ਕਹਿੰਦੇ ਅਸੀਂ ਤੇ ਅਣਜਾਣ ਰਹੇ, ਕਿੰਨਾ ਸਮਾਂ ਅਸੀਂ ਅਜਾਈ ਗਵਾ ਲਿਆ, ਇੱਕ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਆ ਕਿੰਨਾ ਸਮਾਂ ਸਾਡੇ ਕੋਲ ਰਹੇ ਤੇ ਸਾਨੂੰ ਅਣਜਾਣਾ ਨੂੰ ਪਤਾ ਨਹੀਂ ਲੱਗਿਆ, ਪੂਰੀ ਤਰ੍ਹਾਂ ਸੇਵਾ ਨਹੀਂ ਕਰ ਸਕੇ, ਸਤਿਗੁਰਾਂ ਦੇ ਪੂਰੇ ਦਰਸ਼ਨ ਦਿਦਾਰੇ ਨਹੀਂ ਕਰ ਸਕੇ। ਕਰ ਸੇਵ ਤਿਨ ਕੀ ਤ੍ਰਿਪਤ ਭੇਨ ਪਾਏ ਦਰਸੇ ਅਮੋਲ। ਉਹਨਾਂ ਦੀ ਸੇਵਾ ਕਰਕੇ ਤ੍ਰਿਪਤ ਨਹੀਂ ਹੋਏ, ਅਸੀਂ ਪੂਰੀ ਸੇਵਾ ਨਹੀਂ ਕਰ ਸਕੇ, ਉਹਨਾਂ ਦੇ ਜਿਹੜੇ ਅਮੋਲਕ ਦਰਸ਼ਨ ਆ ਨਾ ਉਹਨਾਂ ਦੇ ਪੂਰੇ ਨਹੀਂ ਪ੍ਰਾਪਤ ਕਰ ਸਕੇ। ਫਿਰ ਵੀ ਸਤਿਗੁਰਾਂ ਨੇ ਕਿਰਪਾ ਕੀਤੀ, ਆਪਣੇ ਅਮੋਲਕ ਦਰਸ਼ਨ ਸਾਨੂੰ ਦਿੱਤੇ ਨੇ ਤੇ ਇਸ ਤਰ੍ਹਾਂ ਕਰਕੇ ਯਾਦ ਕਰਦੇ ਨੇ ਸਤਿਗੁਰਾਂ ਨੂੰ। ਭਜ ਸ਼ਰਨ ਗੁਰ ਸੰਤੋਖ ਸਿੰਘ ਨਿਤ ਪਾਏ ਆਨੰਦ ਅਡੋਲ। ਕਵੀ ਭਾਈ ਸੰਤੋਖ ਸਿੰਘ ਜੀ ਇਸ ਅਧਿਆਏ ਨੂੰ ਪੂਰਨ ਕਰਨ ਲੱਗਿਆ ਅਖੀਰ ਵਿੱਚ ਲਿਖਦੇ ਨੇ ਵੀ ਭਾਈ ਸੰਤੋਖ ਸਿੰਘਾ ਤੂੰ ਵੀ ਉਸ ਸ਼ਰਨ ਵਿੱਚ ਪੈ ਜਾ, ਉਸ ਗੁਰੂ ਦੀ ਸ਼ਰਨ ਵਿੱਚ ਭਜ ਸ਼ਰਨ ਗੁਰੂ ਦੀ ਸ਼ਰਨ ਵਿੱਚ ਪੈ ਜਾ। ਸੰਤੋਖ ਸਿੰਘ ਕੀ ਪਾਏ ਨਿਤ ਪਾਏ ਆਨੰਦ ਅਡੋਲ, ਨਿਤ ਦਾ ਆਨੰਦ। ਖਾਲਸਾ ਜੀ ਅਸੀਂ ਸਾਨੂੰ ਕਿਤੇ ਖੁਸ਼ੀ ਪ੍ਰਾਪਤ ਹੁੰਦੀ ਹੈ, ਕਿਤੇ ਗਮੀ, ਆਨੰਦ ਮਿਲਦਾ ਹੈ ਤੇ ਫਿਰ ਉਹ ਚਲੇ ਜਾਂਦਾ। ਐਸਾ ਆਨੰਦ ਜਿਹੜਾ ਨਿਤ ਰਵੇ, ਜਿਹੜਾ ਖਤਮ ਨਾ ਹੋਵੇ, ਸਦੀਵੀ ਆਨੰਦ ਤੇ ਅਡੋਲਤਾ ਜਿਹੜਾ ਟਿਕਾਓ ਹੈ ਨਾ, ਅਡੋਲਤਾ ਹੈ ਆਤਮਿਕ ਅਵਸਥਾ ਦੀ ਅਡੋਲਤਾ, ਉਹ ਪ੍ਰਾਪਤ ਹੋ ਜਾਏ ਤੇ ਸਦਾ ਵਾਸਤੇ ਆਨੰਦ ਪ੍ਰਾਪਤ ਹੋ ਜਾਏ, ਕਿਉਂਕਿ ਉਹ ਐਸਾ ਆਨੰਦ ਹੈ ਕਿ ਹੋਰ ਦੁਨੀਆ ਦੇ ਆਨੰਦ ਫਿਰ ਸਾਰੇ ਜਿਹੜੇ ਉਹਨਾਂ ਦੀ ਕੋਈ ਲੋੜ ਨਹੀਂ ਰਹਿੰਦੀ। ਇਹ ਸਦੀਵੀ ਆਨੰਦ ਜਿਹੜਾ ਪ੍ਰਾਪਤ ਹੋ ਜਾਂਦਾ ਹੈ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਗੁਰੂ ਦੀ ਸ਼ਰਨ ਵਿੱਚ ਤੂੰ ਵੀ ਪੈ ਜਾ। ਦੋਹਰਾ ਪਿੰਗਲ ਪਰਬਤ ਪਰ ਚੜੇ ਗੁੰਗ ਹੋਏ ਬਾਚਾਲ। ਹੁਣ ਮਹਾਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਕਰਨ ਆਰੰਭ ਕਰਦੇ ਨੇ, ਅਗਲਾ ਅਧਿਆਏ ਆਰੰਭ ਕਰਦੇ ਨੇ ਤੇ ਮਰਿਆਦਾ ਦੇ ਅਨੁਸਾਰ ਅਧਿਆਏ ਆਰੰਭ ਕਰਨ ਤੋਂ ਪਹਿਲਾਂ ਉਹ ਪਰਮੇਸ਼ਰ ਦਾ ਮੰਗਲ ਕਰਦੇ ਨੇ।
ਮੰਗਲ ਕਰਦੇ ਨੇ, ਕਹਿੰਦੇ ਨੇ ਪਿੰਗਲ ਪਰਬਤ ਪਰ ਚੜ੍ਹੇ। ਪਿੰਗਲਾ ਜਿਹੜਾ ਤੁਰ ਨਹੀਂ ਸਕਦਾ ਉਹ ਪਹਾੜ ਨੂੰ ਸਰ ਕਰ ਜਾਏ। ਐਸੀ ਉਹ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ, ਉਹ ਪਰਮੇਸ਼ਰ ਦੀ ਸ਼ਰਨ ਵਿੱਚ ਐਸੀ ਸ਼ਕਤੀ ਹੈ ਕਿ ਪਿੰਗਲਾ ਪਹਾੜ ਤੇ ਚੜ ਜਾਂਦਾ। ਤੇ ਕਹਿੰਦੇ ਪਿੰਗਲਾ ਜਿਹੜਾ ਪਰਬਤ ਚੜ ਜਾਵੇ, ਗੁੰਗ ਹੋਏ ਬਚਾਲ ਗੁੰਗਾ, ਜਿਹੜਾ ਬੋਲ ਨਹੀਂ ਸਕਦਾ, ਬੋਲਣਾ ਹੀ ਨਹੀਂ ਜਾਣਦਾ, ਉਹ ਬੇਰੋਕ ਟੋਕ ਬਿਨਾਂ ਰੁਕੇ ਉਹ ਜਿਹੜਾ ਨਾ ਬੋਲਣ ਲੱਗ ਪਵੇ। ਕਾਇਰ ਹੋਏ ਪਟ ਜੈ ਤਰੇ, ਕਰੇ ਜੇ ਕਿਰਪਾ ਕਿਰਪਾਲ। ਕਾਇਰ ਜਿਹੜਾ ਮਨੁੱਖ ਕਾਇਰ ਹੈ, ਕਹਿੰਦਾ ਉਹ ਸੂਰਮਾ ਬਣ ਜੇ, ਸੂਰਮਾ ਬਣ ਕੇ ਫਿਰ ਜਿੱਤ ਪ੍ਰਾਪਤ ਕਰ ਲੇ, ਪਰਮਾਤਮਾ ਦੀ ਕਿਰਪਾ ਨਾਲ ਹੁੰਦਾ। ਕਹਿੰਦੇ ਕਾਇਰ ਹਵੈ ਪਟ ਜੇ ਤਰੈ, ਜੈ ਧਰੈ, ਜਿੱਤ ਪ੍ਰਾਪਤ ਕਰ ਲੇ, ਪਰ ਕਦੋਂ? ਜੇ ਕਿਰਪਾ ਕਰੇ ਕਿਰਪਾਲ। ਕਿਰਪਾਲੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੇ ਤਾਂ ਇਹ ਹੋ ਸਕਦਾ ਕਿ ਪਿੰਗਲਾ ਪਹਾੜ ਤੇ ਚੜ ਜਾਵੇ। ਗੂੰਗਾ ਬੋਲਣ ਲੱਗ ਪਏ, ਮੂਕ ਉਚਰੈ। ਸ਼ਾਸਤਰ ਖੱਟ ਕਲਗੀਧਰ ਪਾਤਸ਼ਾਹ ਦੀ ਬਾਣੀ ਵਿੱਚ ਹੈ, ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ। ਕਦੋਂ? ਕਹਿੰਦੇ ਜੋ ਕਾਲ ਕਿਰਪਾ ਕਰਾਏ, ਜੋ ਪਰਮੇਸ਼ਰ ਕਿਰਪਾ ਕਰਦਾ ਨਾ ਇਸ ਤਰ੍ਹਾਂ। ਤੇ ਉਹਨਾਂ ਦਾ ਭਾਵ ਕੀ ਹੈ? ਭਾਈ ਸੰਤੋਖ ਸਿੰਘ ਦਾ ਭਾਵ ਇਹ ਹੈ ਕਿ ਇਹ ਜਿਹੜਾ ਮੈਂ ਇਤਿਹਾਸ ਗੁਰੂ ਸਾਹਿਬ ਜੀ ਦਾ ਲਿਖ ਰਿਹਾ, ਜੀਵਨ ਸਾਖੀ ਜਨਮ ਸਾਖੀ ਲਿਖ ਰਿਹਾ ਨਾ, ਇਹ ਕਠਿਨ ਕੰਮ ਹੈ, ਪਹਾੜ ਦੀ ਤਰ੍ਹਾਂ ਹੈ, ਤੇ ਮੈਂ ਇਸ ਕੰਮ ਦੇ ਵਿੱਚ ਕਾਮਯਾਬ ਹੋ ਜਾਵਾਂ। ਇਹ ਪਹਾੜ ਦੀ ਤਰ੍ਹਾਂ ਹੈ, ਸਤਿਗੁਰੂ ਕਿਰਪਾ ਕਰੋ। ਤੇ ਮੈਂ ਇਹ ਜਿਹੜੀ ਕਵਿਤਾ ਲਿਖ ਰਿਹਾ, ਤੇ ਮੈਂ ਬੋਲਣਾ ਨਹੀਂ ਜਾਣਦਾ, ਲਿਖਣਾ ਨਹੀਂ ਜਾਣਦਾ, ਮੈਂ ਸੁੰਦਰ ਤਰੀਕੇ ਨਾਲ ਕਾਵ ਰਚਾਂ, ਇਹ ਮੈਨੂੰ ਤੁਸੀਂ ਜ਼ਬਾਨ ਦੇ ਦਿਓ। ਤੇ ਫਿਰ ਅਗਲੀ ਪੰਕਤੀ, ਕਾਇਰ ਹਵੈ, ਫਿਰ ਮੈਂ ਇਸ ਭੈ ਕਹਿਰ ਕੀ ਆ? ਭੈ ਡਰਦਾ ਆ। ਉਹ ਡਰ ਕਿਹੜਾ ਆ? ਵੀ ਇਹਦੇ ਵਿੱਚ ਵਿਘਨ ਨਾ ਆਉਣ। ਉਹ ਵਿਘਨਾਂ ਦਾ ਜਿਹੜਾ ਭੈ ਹੈ ਨਾ, ਜਿਹੜੀ ਕਾਇਰਤਾ ਆ, ਇਹ ਤੁਸੀਂ ਸਤਿਗੁਰੂ ਜੀ ਦੂਰ ਕਰ ਦਿਓ ਕਿਰਪਾ ਕਰਕੇ। ਇਹ ਭਾਵ ਜਿਹੜਾ ਇਸ ਦੋਹਰੇ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਰੱਖਿਆ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਕਿ ਮੈਂ ਇਹ ਕਵਿਤਾ ਲਿਖਾਂ ਤੇ ਮੇਰੀ ਇਹ ਕਾਮਯਾਬੀ ਰੂਪੀ ਫਤਿਹ ਮਿਲੇ। ਮੈਂ ਵਿਘਨਾਂ ਦਾ ਜਿਹੜਾ ਭੈ ਹੈ ਨਾ, ਉਹ ਮੇਰਾ ਦੂਰ ਹੋ, ਕਾਇਰਤਾ ਖਤਮ ਹੋਵੇ, ਤੇ ਮੈਂ ਇਸ ਦੇ ਵਿੱਚ ਕਾਮਯਾਬੀ ਰੂਪੀ ਜਿਹੜੀ ਫਤਿਹ ਹੈ ਨਾ, ਜਿੱਤ ਹੈ, ਉਹ ਪ੍ਰਾਪਤ ਕਰਾਂ। ਜੋ ਪਈ ਅਨੰਤ ਦੇਸ਼ ਸਤਿਗੁਰੂ ਸਿਧਾਰੇ, ਸਤਿਗੁਰੂ ਜੀ ਉਸ ਦੇਸ਼ ਤੋਂ ਹੋਰ ਥਾਂ ਤੇ ਚਾਲੇ ਪਾਏ ਹਨ। ਸੰਤ ਮੰਦ ਮਤ ਜਾਏ ਉਦਾਰੇ, ਸੰਤ ਤੇ ਮੰਦ ਮਤ, ਸੰਤਾਂ ਨੂੰ ਵੀ ਤਾਰਨਾ ਕੀਤਾ ਸਤਿਗੁਰਾਂ ਨੇ, ਤੇ ਮੂਰਖਾਂ ਨੂੰ ਵੀ ਤਾਰਨਾ ਕੀਤਾ। ਸੰਤਾਂ ਸਾਧੂਆਂ ਤੇ ਵੀ ਕਿਰਪਾ ਕਰਦੇ ਨੇ ਸਤਿਗੁਰੂ ਜੀ, ਤੇ ਮੂਰਖਾਂ ਨੂੰ ਵੀ, ਉਹਨਾਂ ਨੂੰ ਵੀ ਤਾਰਦੇ, ਕਿਉਂਕਿ ਸਤਿਗੁਰੂ ਦਇਆ ਦੇ ਘਰ ਨਾ, ਦਿਆਲੂ ਨੇ। ਜਿਸ ਤੇ ਦਇਆ ਕਰਦੇ ਨਾ, ਤਰਸ ਪਿਆ ਮਿਹਰਾਮਤ ਹੋਈ, ਉਹ ਮਿਹਰ ਕਰਦੇ ਨੇ, ਤੇ ਮੂਰਖਾਂ ਤੇ ਵੀ ਕਰ ਦਿੰਦੇ ਨੇ, ਤੇ ਸੰਤਾਂ ਸਾਧੂਆਂ ਤੇ ਵੀ ਕਰਦੇ ਹਨ। ਮੈਂ ਪੁੰਨ ਦੁੱਤੀਏ ਸੰਗ ਮਰਦਾਨਾ, ਤੇ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਵੀ ਨਾਲ ਸੀ, ਤੇ ਮੇਰੇ ਨਾਲ ਭਾਈ ਮਰਦਾਨਾ ਸੀ, ਤੇ ਮੈਂ ਸਤਿਗੁਰਾਂ ਦੇ ਦੋਨੋਂ ਅਸੀਂ ਨਾਲ ਸਾਂ। ਅਨੁਸਾਰੀਆਂ ਕਰੇ ਪਿਆਨਾ, ਸਤਿਗੁਰਾਂ ਦੇ ਅਨੁਸਾਰੀ ਹੋ ਕੇ ਜਿੱਧਰ ਨੂੰ ਸਤਿਗੁਰੂ ਜੀ ਜਾਂਦੇ, ਜੇ ਮਗਰ ਮਗਰ ਅਸੀਂ ਵੀ ਚਲੇ ਜਾਂਦੇ ਸਾਂ। ਮਾਰਗ ਚਲਤ ਗ੍ਰਾਮ ਇੱਕ ਹੀਰਾ, ਚਲਦਿਆਂ ਚਲਦਿਆਂ ਇੱਕ ਗ੍ਰਾਮ ਦੇਖਿਆ, ਭਾਵ ਇੱਕ ਨਗਰ ਦੇਖਿਆ, ਪਿੰਡ ਦੇਖਣਾ ਕੀਤਾ। ਤੈਂ ਤਰ ਕੇ ਤਰਕੀਨ ਬਸੇਰਾ, ਉੱਥੇ ਇੱਕ ਦਰਖਤ ਦੇਖਣਾ ਕੀਤਾ, ਤੇ ਦਰਖਤ ਦੇ ਹੇਠ ਟਿਕਾਣਾ ਕਰ ਲਿਆ। ਸੰਤ ਜਾਨ ਤੈਂ ਕੇ ਨਾਰੇ ਆਏ, ਉਸ ਨਗਰ ਦੇ ਸਾਨੂੰ ਸੰਤ ਜਾਣ ਕੇ ਨਾ, ਵੀ ਸੰਤ ਉਤਰੇ ਨੇ, ਸੰਤਾਂ ਨੇ ਟਿਕਾਣਾ ਕੀਤਾ, ਸਾਧੂ ਭੇਖ ਜਾਣ ਕੇ ਉਸ ਨਗਰ ਦੇ ਜਿਹੜੇ ਲੋਕ ਨੇ ਉਹ ਆਏ। ਰਿਦੇ ਪਾਉ ਤਰ ਸੀਸ ਝੁਕਾਏ, ਦੇ ਵਿੱਚ ਭਾਵਨਾ ਦੇ ਨਾਲ, ਪ੍ਰੇਮ ਸਤਿਕਾਰ ਦੇ ਨਾਲ ਉਹਨਾਂ ਨੇ ਮੱਥਾ ਟੇਕਣਾ ਕੀਤਾ। ਅੰਨ ਆਨ ਦੀ ਨੋਹਿਤ ਅਸਨਾ, ਇਹ ਭੋਜਨ ਬਣਾਉਣ ਵਾਸਤੇ ਸੀਦਾ ਆਦਿਕ ਜਿਹੜਾ ਸੀ ਨਾ, ਹੋਰ ਭੋਜਨ ਦੀ ਸਮੱਗਰੀ ਉਹ ਆਣ ਕੇ ਭੇਟ ਕੀਤੀ ਹੈ। ਬਿਨੈ ਯੁਕਤ ਬਾਣੀ ਪਨ ਰਸਨਾ, ਤੇ ਬੇਨਤੀ ਭਰੀ ਉਹਨਾਂ ਨੇ ਜਿਹੜੀ ਆਪਣੀ ਰਸਨਾ ਦੇ ਉੱਤੋਂ ਬੇਨਤੀ ਭਰੇ ਸ਼ਬਦ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ ਕੀਤੇ। ਤਿਨ ਕੀ ਬਿਨੈ ਸ਼੍ਰੋਨ ਤਰ ਪੂਰੀ, ਤੇ ਸਤਿਗੁਰਾਂ ਨੇ ਉਹਨਾਂ ਦੀ ਜਿਹੜੀ ਬੇਨਤੀ ਭਰੇ ਬਚਨ ਸਨ, ਉਹ ਸਾਰੇ ਚੰਗੀ ਤਰ੍ਹਾਂ ਸਤਿਗੁਰਾਂ ਨੇ ਆਪ ਸੁਣੇ ਹਨ। ਨੈਣ ਕੋ ਕਰੁਣਾ ਜਿਨ ਪੂਰੀ, ਸਤਿਗੁਰਾਂ ਦੇ ਨੈਣਾਂ ਦੇ ਵਿੱਚ ਭਾਵ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਨੇ ਦੇਖਣਾ ਕੀਤਾ, ਜਿਨ੍ਹਾਂ ਦੇ ਵਿੱਚ ਕਰੁਣਾ ਭਰੀ ਹੋਈ ਹੈ। ਦੋਹਰਾ
ਕਿਤਕ ਦਿਵਸ ਕੀਨੋ ਸੇਵਰ ਕਰਨ ਨਰਨ ਕਲਿਆਣ। ਨਰਾਂ ਦੀ ਕਲਿਆਣ ਕਰਨ ਵਾਸਤੇ ਇਸ ਥਾਂ ਦੇ ਉੱਤੇ ਸਤਿਗੁਰਾਂ ਨੇ ਕੁਝ ਕੁ ਦਿਨ ਜਿਹੜਾ ਹੈ ਆਪਣਾ ਟਿਕਾਣਾ ਕੀਤਾ ਹੈ। ਰਾਜ ਰਿਖੀ ਸਿੱਖਨ ਸੁਖਦ ਜੈ ਦਰਸ਼ਨ ਅਗਹਾਨ। ਰਿਖੀਆਂ ਦੇ ਰਾਜਾ ਸਰੂਪ ਸਤਿਗੁਰੂ ਜੀ ਜਿਹੜੇ ਸੁੱਖਾਂ ਦੇ ਰਾਜੇ, ਸੁੱਖਾਂ ਨੂੰ ਦੇਣ ਵਾਲੇ, ਸੁੱਖਾਂ ਦੇ ਦਾਤੇ ਹਨ। ਚੌਪਾਈ ਬਾਸੁਰ ਕਿਤਕ ਬਤੀਤੇ ਜਬਈ। ਕੁਝ ਕੁ ਦਿਨ ਜਦੋਂ ਬਤੀਤ ਹੋਏ ਤਾਂ ਸੇਵੇਂ ਪ੍ਰੀਤ ਧਾਰ ਉਰ ਸਬਈ। ਸਾਰੇ ਹਿਰਦੇ ਦੇ ਵਿੱਚ ਪ੍ਰੀਤ ਧਾਰ ਕੇ, ਪ੍ਰੇਮ ਧਾਰਨ ਕਰਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਸਨ। ਏਕ ਦਿਵਸ ਮੈਂ ਕੀਨ ਤਿਆਰੀ। ਇਹ ਸਤਿਗੁਰਾਂ ਨੇ ਇੱਕ ਦਿਨ ਉੱਥੋਂ ਚੱਲਣ ਵਾਸਤੇ ਤਿਆਰੀ ਕਰ ਲਈ। ਨਿਜ ਨਿਕੇਤ ਕੀ ਸੋਜ ਸੰਭਾਰੀ। ਨਿਜ ਨਿਕੇਤ ਕੀ ਸੋਚ ਸੰਭਾਰੀ। ਤੇ ਉੱਥੋਂ ਦੇ ਜਿਹੜੇ ਵਸਨੀਕ ਸਨ ਨਾ ਗ੍ਰਾਮ ਦੇ, ਉਹਨਾਂ ਨੇ ਉੱਥੋਂ ਚੱਲਣ ਵਾਸਤੇ, ਨਗਰ ਨੂੰ ਛੱਡਣ ਵਾਸਤੇ ਆਪਣਾ ਸਾਜੋ ਸਮਾਨ ਸਮਗਰੀ ਜਿਹੜੀ ਹੈ ਉਹ ਸੰਭਾਲ ਲਈ। ਤਿਨ ਕੀ ਰੀਤ ਹੇਰ ਕਰ ਸੁਆਮੀ। ਤੇ ਉਹ ਜਦੋਂ ਪਿੰਡ ਵਾਲੇ ਆਪਣਾ ਸਾਰਾ ਸਾਜੋ ਸਮਾਨ ਗੱਡਿਆਂ ਤੇ ਲੱਦ ਕੇ ਨਾ ਤੇ ਉੱਥੋਂ ਚੱਲਣ ਲੱਗੇ, ਤੇ ਸਾਰਾ ਕੁਝ ਗੁਰੂ ਸਾਹਿਬ ਨੇ ਜਦੋਂ ਵੇਖਿਆ ਤੇ ਵਚਨ ਕੀਤਾ। ਭਨੇ ਬਚਨ ਸ਼ੁਭ ਅੰਤਰ ਜਾਮੀ। ਹੁਣ ਸਤਿਗੁਰੂ ਜੀ ਤੇ ਅੰਤਰਜਾਮੀ ਹੈ, ਜਾਣਦੇ ਨੇ, ਭਲਾ ਹੀ ਕਰਨ ਵਾਸਤੇ ਗਏ ਨੇ, ਆਪ ਕਿਰਪਾ ਕਰਕੇ ਦਇਆ ਕਰਕੇ ਆਪ ਹੀ ਗਏ ਨੇ, ਪਰ ਅੰਤਰਜਾਮੀ ਅੰਦਰ ਦੀ ਜਾਣਦੇ ਆ, ਪਰ ਫਿਰ ਵੀ ਉਹਨਾਂ ਨੂੰ ਸਵਾਲ ਕਰਦੇ ਹਨ। ਸਕਟਨ ਵਿਖੇ ਸੋਜ ਤੁਮ ਪਾਈ। ਕਹਿਣ ਲੱਗੇ ਵੀ ਹੈ ਭਾਈ, ਤੁਸੀਂ ਆ ਗੱਡਿਆਂ ਦੇ ਉੱਤੇ ਸਾਰਾ ਸਾਜੋ ਸਮਾਨ ਲੱਦ ਲਿਆ, ਸਮਗਰੀ ਪਾ ਲਈ ਹੈ, ਇਕੱਠੀ ਕਰ ਲਈ ਹੈ। ਗ੍ਰਾਮ ਤਿਆਗ ਗਮਨੇ ਕੈ ਥਾਈ। ਤੁਸੀਂ ਇਸ ਪਿੰਡ ਨੂੰ ਛੱਡ ਕੇ ਕਿਸ ਥਾਂ ਤੇ ਚੱਲੇ ਹੋ? ਕੈ ਦੁੱਖ ਤੇ ਕਰ ਸਦਨੀ ਉਜਾਰਾ। ਕੀ ਦੁੱਖ ਹੈ ਤੁਹਾਨੂੰ? ਕਿਸ ਦੁੱਖ ਕਰਕੇ ਤੁਸੀਂ ਆਪਣੇ ਘਰਾਂ ਨੂੰ ਉਜਾੜ ਦਿੱਤਾ ਹੈ? ਚਲੇ ਅਨੰਤ ਯੁੱਤ ਸਭ ਪਰਵਾਰਾ। ਸਾਰੇ ਪਰਿਵਾਰਾਂ ਦੇ ਸਮੇਤ ਤੁਸੀਂ ਹੋਰ ਥਾਂ ਤੇ ਚੱਲੇ ਹੋ। ਕਿਦੋਂ ਪਇਓ ਪੈ ਭੂਪਤ ਕਾਂਕੋ। ਕੀ ਹੋਇਆ? ਕਿਸੇ ਰਾਜੇ ਦਾ ਡਰ ਹੈ? ਕੀ ਗੱਲ ਹੈ, ਦੱਸਣਾ ਕਰੋ। ਤੁਮੇ ਵਿਗਨ ਕੋ ਕਹੀਏ ਤਾਂ ਕੋ। ਤੁਹਾਨੂੰ ਕੀ ਵਿਗਨ ਪਿਆ ਹੈ? ਕੀ ਕਾਰਨ ਹੈ? ਕਿ ਰਾਜੇ ਦਾ ਡਰ ਪਿਆ ਹੈ? ਕਿਹੜਾ ਵਿਗਨ ਪਿਆ ਹੈ? ਸਾਨੂੰ ਦੱਸਣਾ ਕਰੋ। ਦੋਹਰਾ ਸੁਨ ਕਰ ਸ਼੍ਰੀ ਗੁਰ ਕੇ ਬਚਨ ਮਾਨਵ ਜੁਗ ਕਰ ਬੰਦ। ਸਤਿਗੁਰਾਂ ਦੇ ਬਚਨ ਸੁਣ ਕੇ ਉਹ ਸਾਰੇ ਮਨੁੱਖ ਸਨ ਨਗਰ ਦੇ, ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ ਬੇਨਤੀ ਕੀਤੀ। ਨਿਜ ਬਿਰਥਾ ਪਾਖਤ ਪਏ ਅਗਰਜ ਦੋਖ ਨਿਕੰਦ। ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਗੇ ਚਰਨਾਂ ਦੇ ਵਿੱਚ ਸਾਰੀ ਬੇਨਤੀ ਕਰਨ ਲੱਗੇ, ਦੁੱਖ ਦੱਸਣ ਲੱਗੇ ਆਪਣਾ। ਚੌਪਾਈ ਸੁਨੋ ਸੁਖਦ ਜੀ ਸ਼੍ਰੀ ਗੁਰੂ ਨਾਨਕ। ਇਹ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਨਾਨਕ ਜੀ ਮਹਾਰਾਜ ਜੀ, ਕਿਰਪਾ ਕਰਕੇ ਸਾਡੀ ਬੇਨਤੀ ਸਰਵਣ ਕਰੋ। ਲਗੇ ਅਗਨ ਇਸ ਗ੍ਰਾਮ ਅਚਾਨਕ। ਇਸ ਪਿੰਡ ਨੂੰ, ਇਸ ਨਗਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਇਸ ਦੁੱਖ ਤੇ ਅਮ ਅਨੰਤ ਪਦਾਰੇ। ਇਸ ਕਰਕੇ ਅਸੀਂ ਇਸ ਪਿੰਡ ਨੂੰ ਛੱਡ ਕੇ ਹੋਰ ਥਾਂ ਤੇ ਚੱਲੇ ਹਾਂ। ਬਹੁਰ ਆਏ ਕਰ ਹੈ ਘਰ ਬਾਰੇ। ਫਿਰ ਕੁਝ ਦਿਨ ਬਾਅਦ ਫਿਰ ਵਾਪਸ ਆ ਜਾਵਾਂਗੇ ਤੇ ਇਸ ਘਰ-ਬਾਰ ਨੂੰ ਸੰਭਾਲ ਲਵਾਂਗੇ। ਛਟੇ ਮਾਸ ਇੱਕ ਬਾਸੁਰ ਮਾਈ। 6 ਮਹੀਨਿਆਂ ਦੇ ਵਿੱਚ ਇੱਕ ਦਿਨ ਐਸਾ ਆਉਂਦਾ ਹੈ, ਅਗਨ ਸੰਗ ਜਾਵੇਂ ਕੋ ਦਾਈ। ਕੋਈ ਜਿਹੜਾ ਨਾ ਸਾਡੇ ਨਗਰ ਨੂੰ 6 ਮਹੀਨਿਆਂ ਵਿੱਚ ਇੱਕ ਦਿਨ ਐਸਾ ਹੁੰਦਾ ਵੀ ਕੋਈ ਸਾੜ ਦਿੰਦਾ, ਅੱਗ ਲਾ ਜਾਂਦਾ ਘਰਾਂ ਨੂੰ। ਕੇਤਕ ਦਿਵਸ ਸਦਨ ਇਹ ਤਜ ਕੇ। ਇਸ ਕਰਕੇ ਅਸੀਂ ਕੁਝ ਕੁ ਦਿਨ ਇਹ ਘਰ ਆਪਣੇ ਘਰਾਂ ਨੂੰ ਛੱਡ ਕੇ ਬਸ ਹੈ ਅਨੰਤ ਗ੍ਰਾਮ ਪੈ ਭਜ ਕੇ। ਇਸ ਭੈ ਤੋਂ ਡਰ ਕੇ ਅਸੀਂ ਆਪਣੇ ਘਰਾਂ ਨੂੰ ਛੱਡ ਕੇ ਹੋਰ ਨਗਰਾਂ ਦੇ ਵਿੱਚ ਦੂਰ ਜਾ ਕੇ ਅਸੀਂ ਆਪਣਾ ਬਸਨ ਕਰਦੇ ਹਾਂ। ਆਪ ਚਲੋ ਜੇ ਸੰਗ ਹਮਾਰੇ। ਇਹ ਸਤਿਗੁਰੂ ਜੀ ਕਿਰਪਾ ਕਰੋ, ਜਿਵੇਂ ਤੁਸੀਂ ਵੀ ਸਾਡੇ ਨਾਲ ਹੀ ਚੱਲ ਪਵੋ। ਸੇਵੇਂ ਸਭ ਬਿਦ ਚਰਨ ਤੁਮਾਰੇ। ਸਾਰੀਆਂ ਵਿਧੀਆਂ ਕਰਕੇ ਤੁਹਾਡੇ ਚਰਨਾਂ ਦੀ ਅਸੀਂ ਸੇਵਾ ਵਿੱਚ ਹਾਜ਼ਰ ਰਵਾਂਗੇ। ਸੰਤ ਰੂਪ ਤੁਮ ਪਾਰੇ ਉਪਕਾਰੀ। ਤੁਸੀਂ ਸੰਤ ਰੂਪ ਹੋ ਤੇ ਪਾਰੇ ਉਪਕਾਰੀ ਹੋ। ਪੁਨ ਇੱਛਾ ਜੋ ਕਰੋ ਤੁਮਾਰੀ। ਪਰ ਫਿਰ ਵੀ ਤੁਹਾਡੀ ਇੱਛਾ, ਜਿਵੇਂ ਤੁਸੀਂ ਚੱਲਣਾ ਹੋ ਸਾਡੇ ਨਾਲ, ਚਾਹੋ ਤੁਹਾਡੀ ਸੇਵਾ ਕਰਾਂਗੇ, ਉੱਥੇ ਰੱਖਾਂਗੇ, ਤੁਹਾਡੀ ਵੀ ਸੇਵਾ ਕਰਾਂਗੇ, ਚਰਨਾ ਕਮਲਾਂ ਦੇ ਵਿੱਚ ਰਵਾਂਗੇ, ਸੰਗਤ ਕਰਾਂਗੇ, ਤੇ ਬਾਕੀ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਡੀ ਇੱਛਾ ਹੈ ਤੁਸੀਂ ਉਵੇਂ ਕਰੋ। ਦੋਹਰਾ ਕਰੁਣਾ ਕਰ ਬੋਲੇ ਬਚਨ
ਸ਼੍ਰੀ ਬੇਦੀ ਕੁਲ ਕੇਤ। ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਰੁਣਾ ਕਰਕੇ ਕਿਰਪਾ ਕਰਕੇ ਦਇਆ ਦੇ ਘਰ ਸਤਿਗੁਰੂ ਬਚਨ ਕੀਤਾ ਬੋਲੇ। ਧਾਰੋ ਸਿੱਖੀ ਗੁਰੂ ਕੀ ਪੁੰਨ ਨੇ ਜਲੇ ਨਿਕੇਤ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਗੁਰੂ ਕੀ ਸਿੱਖੀ ਧਾਰਨ ਕਰ ਲੋ, ਫਿਰ ਕਦੀ ਨਹੀਂ ਤੁਹਾਡੇ ਘਰ ਸੜਨਗੇ। ਤੁਸੀਂ ਗੁਰੂ ਕੀ ਸਿੱਖੀ ਧਾਰਨ ਕਰ ਲੋ, ਇਹ ਤੁਹਾਡਾ ਜਿਹੜਾ ਦੁੱਖ ਹੈ ਦੂਰ ਹੋ ਜਾਵੇਗਾ, ਕਦੀ ਨਹੀਂ ਤੁਹਾਡੇ ਘਰ ਫਿਰ ਸੜਨਗੇ। ਚੌਪਈ ਸਤਨਾਮ ਕੋ ਜਾਪ ਜਪੀਜੈ। ਤੇ ਸਤਨਾਮ ਕੋ ਜਾਪ ਜਪੀਜੈ। ਸੱਚਾ ਨਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜੋ ਹੈ ਸਤਨਾਮ ਵਾਹਿਗੁਰੂ, ਉਹਨੂੰ ਜਪਣਾ ਕਰੋ। ਉਰ ਤੇ ਡਰ ਕੋ ਦੂਰ ਕਰੀਜੈ। ਆਪਣੇ ਹਿਰਦੇ ਵਿੱਚੋਂ ਜਿਹੜੇ ਸਾਰੇ ਡਰ ਨੇ ਨਾ, ਉਹ ਭੈ ਜਿਹੜੇ ਆ ਉਹ ਦੂਰ ਕਰ ਦਿਓ, ਕਿਉਂਕਿ ਸਤਿਗੁਰਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਦਾ ਭੈ ਨਾ, ਗੁਰਸਿੱਖੀ ਧਾਰਨ ਕਰਕੇ ਗੁਰੂ ਦਾ ਭੈ ਰੱਖਦੇ, ਉਹਨਾਂ ਦੇ ਸਾਰੇ ਭੈ ਮੁੱਕ ਜਾਂਦੇ ਨੇ। ਨਿਰਭਉ ਨੂੰ ਜਪਦੇ ਆਪ ਨਿਰਭਉ ਹੋ ਜਾਂਦੇ ਨੇ। ਨਿਰਭਉ ਨੂੰ ਭਜਨ ਕਰਨ ਵਾਲੇ, ਨਿਰਭਉ ਨੂੰ ਜਪਣ ਵਾਲੇ ਭੈ ਤੋਂ ਰਹਿਤ ਹੋ ਜਾਂਦੇ। ਸਤਿਗੁਰੂ ਕਹਿੰਦੇ ਆਪਣੇ ਹਿਰਦੇ ਦੇ ਵਿੱਚੋਂ ਨਿਰਭੈ ਹੋ ਜਾਓ, ਡਰ ਕੱਢ ਦੇਵੋ ਤੁਹਾਡਾ, ਤੇ ਗੁਰਸਿੱਖੀ ਨੂੰ ਧਾਰਨ ਕਰ ਲਵੋ। ਮਨ ਬਾਚਿਤ ਸੁਖ ਪਾਏ ਕਨੇਰੇ। ਕਨੇਰੇ ਬਹੁਤੇ ਜਿਹੜੇ ਮਨ ਬਾਸ਼ਿਤ ਫਲ ਹੈ ਨਾ, ਜੋ ਮਨ ਇਛਿਤ ਫਲ ਹੈ ਉਹ ਤੁਹਾਨੂੰ ਪ੍ਰਾਪਤ ਹੋਵਣਗੇ। ਬਸੋ ਸ਼ਾਂਤ ਸੋ ਆਪਣੇ ਡੇਰੇ। ਆਪਣੇ ਡੇਰੇ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਹੀ ਵਸਣਾ ਕਰੋ। ਅਬ ਤੇ ਲਗੇ ਨਾ ਅਗਨੀ ਅਗਾਰੀ। ਫਿਰ ਹੁਣ ਤੋਂ ਅੱਗੇ ਨਹੀਂ ਤੁਹਾਡੇ ਘਰਾਂ ਨੂੰ ਅੱਗ ਲੱਗੇਗੀ। ਧਰਮਸਾਲ ਸੁਟ ਰਚੋ ਸਵਾਰੀ। ਫਿਰ ਇੱਕ ਕੰਮ ਕਰੋ ਵੀ ਇੱਕ ਸੁੰਦਰ ਧਰਮਸ਼ਾਲਾ ਵੀ ਰਚਨਾ ਕਰੋ। ਸੰਤ ਅਤਿਥੀ ਕੀ ਕੀਜੈ ਸੇਵਾ। ਸੰਤ ਦੀ ਤੇ ਅਤਿਥੀ ਲੋੜਵੰਦ ਦੀ ਸੇਵਾ ਕਰੋ। ਧਰਮਸ਼ਾਲਾ ਬਣਾਓ, ਸਤ ਸੰਗਤ ਕਰੋ, ਲੋੜਵੰਦ ਹੋਵੇ ਤੇ ਸੰਤ ਆ ਜੇ, ਕੋ ਸਾਧੂ ਆ ਜੇ, ਮਹਾਂਪੁਰਖ ਮਹਾਤਮਾ ਆ ਜੇ, ਉਹਦੀ ਸੇਵਾ ਕਰੋ। ਮਹਿਮਾ ਕੀਰਤ ਕੋ ਲਖ ਭੇਵਾ। ਇਹ ਕੀਰਤੀ ਦੀ ਜਿਹੜੀ ਮਹਿਮਾ ਹੈ, ਇਸ ਦੇ ਭੇਵ ਨੂੰ ਲੱਖ ਲਵੋ। ਸੁਨ ਕਰ ਉਰ ਤਰ ਹਰਖ ਬਿਸਾਲਾ। ਹਾਂਜੀ, ਸੁਨ ਕਰ ਉਰ ਤਰ ਹਰਖ ਬਿਸਾਲਾ। ਇਹ ਸਾਰੇ ਜਦੋਂ ਮਨੁੱਖਾਂ ਨੇ ਸੁਣਿਆ ਨਾ ਐਸਾ ਬਚਨ ਵੀ ਗੁਰਸਿੱਖੀ ਧਾਰਨ ਕਰ ਲਓ, ਪਰਮੇਸ਼ਰ ਦਾ ਨਾਮ ਜਪੋ, ਸਤਨਾਮ ਵਾਹਿਗੁਰੂ ਜਪੋ, ਤੇ ਫਿਰ ਘਰਾਂ ਨੂੰ ਅੱਗ ਨਹੀਂ ਲੱਗੇਗੀ, ਤੁਹਾਨੂੰ ਮਨ ਬਾਂਛਿਤ ਫਲ ਪ੍ਰਾਪਤ ਹੋਣਗੇ। ਸ਼ਾਂਤੀ ਦੇ ਨਾਲ ਘਰ ਰਹੋ, ਇੱਥੇ ਕਿਤੇ ਜਾਣ ਦੀ ਲੋੜ ਨਹੀਂ। ਤੇ ਸਤਿਗੁਰਾਂ ਨੇ ਕਿਹਾ, ਜਦੋਂ ਕਿਹਾ ਤੇ ਹੁਣ ਸਾਰਿਆਂ ਨੇ ਸੁਣਿਆ ਤੇ ਬੜੇ ਖੁਸ਼ ਹੋਏ, ਬੜਾ ਆਨੰਦ ਪ੍ਰਾਪਤ ਹੋਇਆ, ਸਾਰੇ ਹਰਖ ਨਾਲ ਪਾਪ ਖੁਸ਼ ਹੋਏ। ਸਿੱਖੀ ਗ੍ਰਹਿਣ ਕਰੀ ਤਤਕਾਲਾ। ਸਤਿਗੁਰਾਂ ਦਾ ਬਚਨ ਮੰਨ ਕੇ ਉਹ ਸਾਰਿਆਂ ਨੇ ਸਿੱਖੀ ਜਿਹੜੀ ਆ ਗ੍ਰਹਿਣ ਕਰ ਲਈ, ਸਿੱਖੀ ਧਾਰਨ ਕਰ ਲਈ। ਗਮਨ ਨਕੀਨ ਗ੍ਰਾਮ ਜੇ ਆਨਾ। ਫਿਰ ਜਿਹੜਾ ਚੱਲੇ ਸੀ ਨਾ ਪਿੰਡ ਨੂੰ ਛੱਡ ਕੇ, ਸਾਜੋ ਸਮਾਨ ਲੱਦਿਆ ਸੀ, ਫਿਰ ਉਹ ਗਏ ਨਹੀਂ ਪਿੰਡ ਛੱਡ ਕੇ। ਮਾਨ ਸੋ ਬਚਨ ਵਸੇ ਨਿਜ ਥਾਨਾ। ਫਿਰ ਆਪਣੇ ਘਰ ਵਿੱਚ ਆ ਕੇ ਫਿਰ ਉਹਨਾਂ ਸਮਾਨ ਰੱਖ ਲਿਆ। ਦੋਹਰਾ ਸਭ ਸੰਭਾਰ ਸੰਭਾਰ ਕੈ ਸ਼੍ਰੀ ਨਾਨਕ ਟਿਗਿਆਨ। ਹੁਣ ਸਾਰੀਆਂ ਵਸਤੂਆਂ ਘਰ ਵਿੱਚ ਜਿਵੇਂ ਚੱਕੀਆਂ ਸੀ ਨਾ, ਸਾਰੀਆਂ ਗੱਡਿਆਂ ਤੋਂ ਲਾ ਕੇ ਘਰ ਵਿੱਚ ਟਿਕਾ ਕੇ ਨਾ, ਤੇ ਫਿਰ ਸਤਿਗੁਰੂ ਨਾਨਕ ਗੁਰੂ ਨਾਮ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਗਏ। ਕਿਉਂਕਿ ਮਨ ਵਿੱਚ ਡਰ ਤੇ ਭੈ ਤੇ ਅਜੇ ਬਣਿਆ ਹੋਇਆ ਸੀ ਨਾ ਕਿ ਇਹ ਘਰ ਨੂੰ ਤੇ ਅੱਗ ਲੱਗ ਜਾਣੀ ਆ। ਸਮਾਨ ਰੱਖਤਾ, ਪਰ ਆਪ ਘਰੋਂ ਨਿਕਲ ਆਏ ਤੇ ਗੁਰੂ ਕੇ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਗਏ। ਰਾਖੀ ਡਰ ਕਰ ਅਗਨ ਤੇ ਉਰ ਸੰਦੇਹ ਕੁਮਾਨ। ਸੰਦੇਹ ਮੰਨਿਆ ਹੋਇਆ ਜੇ, ਡਾਰਿਆ ਜੇ, ਅਗਨ ਤੇ ਅੱਗ ਲੱਗਣ ਦਾ ਡਾਰਿਆ, ਸੰਦੇਹ ਮੰਨਿਆ ਤੇ ਘਰ ਛੱਡ ਕੇ ਗੁਰੂ ਕੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ। ਚੌਪਈ ਸਭੇ ਨਾਰ ਨਰ ਗੁਰ ਟਿਗ ਬੈਸੇ। ਸਭ ਨਰ ਨਾਰੀਆਂ ਪੁਰਖ ਇਸਤਰੀਆਂ ਜਿੰਨੇ ਸਾਰੇ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਬੈਠ ਗਏ। ਨਾਮ ਜਪੋ ਐਸੇ ਉਪਦੇਸ਼ੇ। ਸਤਿਗੁਰੂ ਜੀ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ ਵੀ ਨਾਮ ਜਪੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਸਾਰਿਆਂ ਨੂੰ। ਇਸਤਰੀਆਂ ਪੁਰਖ ਜਿੰਨੇ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ, ਕਹਿੰਦੇ ਨਾਮ ਜਪੋ। ਤਾਰ ਅਗਨ ਡਰ ਤਜ ਨਿਜ ਸਦਮਾ। ਕਹਿੰਦੇ ਆਪਣੇ ਘਰਾਂ ਨੂੰ ਸੜਨ ਦਾ ਜਿਹੜਾ ਡਰ ਹੈ ਨਾ, ਉਹਨੂੰ ਤਜ ਦਿਓ। ਤੁਸੀਂ ਪਰਮੇਸ਼ਰ ਦਾ ਧਿਆਨ ਧਰੋ। ਹੁਣ ਇੱਧਰ ਨਾਲ ਧਿਆਨ ਕਰੋ ਵੀ ਸਾਡੇ ਘਰ ਚਿੰਤਾ ਤੇ ਸੰਦੇਹ ਜਿਹੜਾ ਨਾ ਮਨ ਵਿੱਚੋਂ ਕੱਢ ਦਿਓ, ਚਿੰਤਾ ਕੱਢ ਦਿਓ। ਇੱਧਰ ਨਾਲ ਤੁਸੀਂ ਧਿਆਨ ਕਰੋ, ਨਾਮ ਜਪੋ।
ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਲਾਇਆ ਸਤਿਗੁਰਾਂ ਨੇ ਤੇ ਕਹਿਣਾ ਕੀਤਾ ਵੀ ਹੁਣ ਤੁਸੀਂ ਆਪਣੇ ਮਨ ਵਿੱਚੋਂ ਡਰ ਕੱਢ ਦਿਓ। ਹੋ ਨਿਕਟ ਸ਼੍ਰੀ ਗੁਰ ਪਦ ਪਦਮਾ, ਹੋ ਨਿਕਟ ਸ਼੍ਰੀ ਗੁਰ ਪਦ ਪਦਮਾ। ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨੇੜੇ ਹੋ ਕੇ ਸਤਿਗੁਰਾਂ ਨੇ ਮੱਥਾ ਟੇਕਿਆ ਸਤਿਗੁਰਾਂ ਨੂੰ। ਤਬ ਇੱਕ ਦੈਂਤ ਰੂਪ ਬਿਕਰਾਰਾ। ਸਾਰੇ ਚਰਨਾਂ ਕਮਲਾਂ ਵਿੱਚ ਬੈਠੇ ਨੇ ਤੇ ਸਤ ਬਚਨ ਮੰਨ ਲਿਆ ਸਾਰਿਆਂ ਨੇ। ਤੇ ਇੰਨੇ ਚਿਰ ਨੂੰ ਇੱਕ ਦੈਂਤ ਜਿਹੜਾ ਨਾ ਇੱਕ ਦੈਂਤ ਰੂਪ ਬਿਕਰਾਰਾ, ਜਿਹਦਾ ਰੂਪ ਨਾ ਜਿਹੜਾ ਬੜਾ ਬਿਕਰਾਲ ਬੜਾ ਭਿਆਨਕ ਇੱਕ ਦੈਂਤ ਸੀ, ਉਹ ਸਾਰਿਆਂ ਦੇਖਿਆ। ਆਵਤ ਨਰ ਨਾਰੀਨ ਨਿਹਾਰਾ। ਸਾਰੇ ਇਸਤਰੀਆਂ ਪੁਰਸ਼ਾਂ ਨੇ ਸਾਰਿਆਂ ਨੇ ਉਹਨੂੰ ਆਉਂਦਿਆਂ ਹੋਇਆ ਵੇਖਿਆ ਭਿਆਨਕ ਇੱਕ ਦੈਂਤ ਨੂੰ। ਪਗ ਪਤਾਲ ਸੀਸ ਨਭ ਤਾਰੀ। ਪੈਰ ਉਹਦੇ ਜਿਵੇਂ ਪਤਾਲ ਵਿੱਚ ਹੋਣ ਤੇ ਸੀਸ ਆਕਾਸ਼ ਦੇ ਵਿੱਚ ਸਿਰ ਹੋਵੇ। ਬੜਾ ਵੱਡਾ ਤੇ ਬੜਾ ਬਿਕਰਾਲ ਭਿਆਨਕ ਰੂਪ ਹੈ ਉਸਦਾ। ਲੋਹਿਤ ਸ਼ਮਸ਼ ਭਯੰਕਰ ਭਾਰੀ। ਬੜਾ ਭਿਅੰਕਰ ਤੇ ਬੜਾ ਭਾਰੀ ਤੇ ਲਾਲ ਰੰਗ ਦੀ ਦਾੜੀ ਹੈ ਉਹਦੀ, ਬੜੀ ਡਰਾਉਣੀ ਹੋਈ। ਨਰ ਤਬ ਬੈਸੇ ਰਾਖਸ਼ ਹੇਰੇ। ਤੇ ਉਹਨਾਂ ਮਨੁੱਖ ਜਿਹੜੇ ਬੈਠੇ ਸੀ ਨਾ ਸਤਿਗੁਰਾਂ ਦੇ ਚਰਨਾਂ ਵਿੱਚ, ਉਹਨਾਂ ਨੇ ਵੇਖਿਆ ਜੋ ਰਾਖਸ਼ ਨੂੰ। ਅਗਨ ਨੈਣ ਕੀਏ ਕ੍ਰੋਧ ਕਨੇਰੇ। ਉਹਨੇ ਬੜੀਆਂ ਅੱਖਾਂ ਲਾਲ ਕੀਤੀਆਂ, ਜਿਵੇਂ ਅੱਖਾਂ ਵਿੱਚੋਂ ਆਗੀ ਵਰਾ ਰਿਹਾ, ਬੜਾ ਕ੍ਰੋਧ ਵਿੱਚ ਆ ਰਿਹਾ ਸੀ। ਡਰ ਮਮ ਤਿਆਗ ਰਹੇ ਏ ਥਾਈ। ਇਹ ਡਰ ਉਹਨੇ ਸੋਚਿਆ ਵੀ ਇਹਨਾਂ ਮੇਰਾ ਡਰ ਹੀ ਨਹੀਂ ਧਾਰਨ ਕੀਤਾ, ਇਹ ਮੇਰੇ ਤੋਂ ਡਰੇ ਨਹੀਂ, ਇਹ ਅਜੇ ਵੀ ਇੱਥੇ ਬੈਠੇ ਹੋਏ ਆ, ਇਹ ਪਿੰਡ ਛੱਡ ਕੇ ਗਏ ਕਿਉਂ ਨਹੀਂ, ਮੇਰਾ ਡਰ ਕਿਉਂ ਨਹੀਂ ਧਾਰਨ ਕੀਤਾ। ਇਹ ਰਾਖਸ਼ ਨੂੰ ਬੜਾ ਗੁੱਸਾ ਆਇਆ। ਤਜੋ ਨ ਅਬਿਨ ਲਿਓ ਚਬਾਈ। ਬੜਾ ਗੁੱਸੇ ਵਿੱਚ ਆਇਆ, ਕਹਿੰਦਾ ਮੈਂ ਹੁਣ ਇਹਨਾਂ ਨੂੰ ਛੱਡੂਗਾ ਨਹੀਂ, ਮੈਂ ਇਹਨਾਂ ਨੂੰ ਹੁਣ ਚਬਾ ਲਵਾਂਗਾ। ਦੋਹਰਾ ਦਾਰੁਨ ਦੀਰ ਗਦਾਤ ਖਲ ਓਸ਼ਟ ਚਾਟਤ ਜੀ। ਬੜੇ ਉਹਦੇ ਦੀਰਘ ਲੰਮੇ ਜਿਹੜੇ ਦੰਦ ਨੇ, ਬੜੇ ਡਰਾਉਣੇ ਭਿਆਨਕ ਨੇ। ਤੇ ਉਹਦੇ ਬੁੱਲ ਜਿਹੜੇ ਲਮਕ ਰਹੇ ਨੇ, ਬੜੀ ਖੱਲ ਜਿਹੜੀ ਬੁੱਲਾਂ ਦੀ ਲਮਕ ਰਹੀ ਹੈ, ਤੇ ਉਹਦੇ ਉੱਤੇ ਆਪਣੀ ਜੀਭ ਫੇਰ ਰਿਹਾ ਹੈ। ਹਾਥ ਬਿਕੇ ਜਵਲਤੀ ਅਗਨ ਨਰ ਦੁਖ ਦਾਨੀ ਦੀ। ਤੇ ਆਪਣੇ ਹੱਥਾਂ ਵਿੱਚ ਉਹਨਾਂ ਜਲਦੀ ਹੋਈ ਬਲਦੀ ਹੋਈ ਅੱਗ ਫੜੀ ਹੋਈ ਹੈ, ਜਿਹੜੀ ਨਰਾਂ ਨੂੰ ਮਨੁੱਖਾਂ ਨੂੰ ਦੁੱਖ ਦੇਣ ਵਾਲੀ ਹੈ। ਚੋਪਈ ਡਰੇ ਲੋਕ ਜਾਨੀ ਮ੍ਰਿਤਿਉ ਆਈ। ਤੇ ਸਾਰੇ ਲੋਕ ਨਗਰ ਦੇ ਡਰ ਗਏ ਤੇ ਸਮਝ ਲਿਆ ਵੀ ਹੁਣ ਸਾਡੀ ਮੌਤ ਨੇੜੇ ਆ ਗਈ ਹੈ। ਪੀਤ ਪਏ ਮੁਖ ਥੂਕ ਸੁਕਾਈ। ਰੰਗ ਪੀਲੇ ਹੋ ਗਏ, ਮੂੰਹ ਸੁੱਕ ਗਿਆ, ਸਾਹ ਸੁੱਕ ਗਏ। ਸੁਖ ਚੇਤਨ ਕੰਪਤ ਬਿਨ ਚੈਨਾ। ਤਨ ਕੰਬਣ ਲੱਗ ਗਿਆ, ਚੈਨ ਖੋ ਗਿਆ, ਧੀਰਜ ਛੁੱਟ ਗਿਆ ਤੇ ਸੁੰਗੜ ਗਏ। ਦੇਖ ਨ ਸਕੇ ਮੁੰਦ ਲੀਏ ਨੈਣਾ। ਇੰਨਾ ਭਿਆਨਕ ਰੂਪ ਹੈ, ਉਹ ਦੇਖ ਨਹੀਂ ਸਕਦੇ ਤੇ ਆਪਣੀ ਅੱਖਾਂ ਹੀ ਬੰਦ ਕਰ ਲਈਆਂ, ਇੰਨਾ ਭਿਆਨਕ ਰੂਪ ਵੇਖ ਨਹੀਂ ਸਕੇ। ਕਹੇ ਪਰਸ ਪਰ ਅਬ ਭਾ ਮਰਨਾ। ਹੁਣ ਇੱਕ ਦੂਜੇ ਨੂੰ ਗੱਲ ਕਰਦੇ ਨੇ, ਕਹਿੰਦੇ ਵੀ ਅੱਜ ਮਰਨਾ ਪਿਆ, ਅੱਜ ਸਾਡੀ ਮੌਤ ਆ ਗਈ ਲੱਗਦੀ, ਅੱਜ ਮਰਨਾ ਹੀ ਪਵੇਗਾ। ਜਾਵੇਂ ਕਹੇ ਚਰਨਨ ਕੀ ਸ਼ਰਨਾ। ਹੁਣ ਤੇ ਮੌਤ ਸਾਡੀ ਆ ਗਈ, ਹੁਣ ਕਿਹਦੇ ਚਰਨਾਂ ਵਿੱਚ ਜਾਈਏ, ਕਿਹਦਾ ਆਸਰਾ ਲਈਏ। ਆਗੇ ਘਰ ਜਲਨੇ ਕੀ ਚਿੰਤਾ। ਪਹਿਲਾਂ ਤੇ ਸਾਨੂੰ ਘਰ ਹੀ ਛੱਡਣ ਦੀ ਚਿੰਤਾ ਸੀ ਨਾ, ਘਰ ਛੱਡ ਜਾਂਦੇ ਸੀ ਤੇ ਮੁੜ ਕੇ ਵਾਪਸ ਆ ਜਾਂਦੇ ਵੀ ਘਰ ਜਾ ਜਾਂਦੇ, ਫੇਰ ਆ ਕੇ ਆਪਾਂ ਆਪਣਾ ਰਹਿਣ ਬਸੇਰਾ ਕਰ ਲੈਂਦੇ ਸੀ। ਕਹਿੰਦੇ ਪਹਿਲਾਂ ਤਾਂ ਘਰ ਹੀ ਛੱਡਣ ਦੀ ਚਿੰਤਾ ਸੀ। ਅਬ ਜਾਨੀ ਪਾ ਪ੍ਰਾਨ ਨੇ ਅੰਬਾ। ਤੇ ਹੁਣ ਤੇ ਸਾਡੇ ਹੁਣ ਪ੍ਰਾਣਾ ਦਾ ਅੰਤ ਹੀ ਹੋਣ ਵਾਲਾ ਹੈ, ਹੁਣ ਪ੍ਰਾਣਾ ਦਾ ਅੰਤ ਹੀ ਹੋਵੇਗਾ। ਭਾਗ ਜਾਏ ਤੇ ਹਮ ਏ ਕਾਲਾ। ਕਹਿੰਦੇ ਭਾਗ ਜਾਏ ਥੇ ਹਮ ਇਹ ਕਾਲਾ, ਇਸ ਸਮੇਂ ਅਸੀਂ ਭੱਜ ਜਾਂਦੇ। ਕਹਿ ਰਾਖੇ ਇਨ ਸੰਤ ਕਿਰਪਾਲਾ। ਪਰ ਭੱਜ ਤੇ ਜਾਂਦੇ, ਪਰ ਕਿਰਪਾਲੂ ਸੰਤ ਕਿਰਪਾਲੂ ਨੇ ਇਹਨਾਂ ਨੇ ਸਾਨੂੰ ਰੱਖ ਲਿਆ ਹੈ। ਕੋ ਜਾਣੇ ਅਬ ਕੋ ਵਿਦ ਹੋਵੇ। ਕੀ ਜਾਣੀਏ ਹੁਣ ਕੀ ਵਿਧ ਹੋਵੇ, ਕਿਸ ਤਰ੍ਹਾਂ ਸਾਡਾ ਬਚਾਅ ਹੋਏ, ਅਸੀਂ ਕੁਝ ਨਹੀਂ ਜਾਣਦੇ। ਜੀਵਤ ਬਚੇ ਕਿ ਪ੍ਰਾਨਨ ਖੋਵੇ। ਅਸੀਂ ਜੀਂਦੇ ਬਚਾਂਗੇ ਕਿ ਸਾਡੇ ਪ੍ਰਾਣ ਜਿਹੜੇ ਆ ਮੁੱਕ ਜਾਣਗੇ, ਪ੍ਰਾਣ ਖੋਹ ਲਵਾਂਗੇ। ਦੋਹਰਾ ਨਰ ਨਾਰਿਨ ਕੋ ਦੇਖ ਗੁਰ ਜੇ ਕੰਪਤ ਪੈ ਪੀਤ। ਸਤਿਗੁਰਾਂ ਨੇ ਸਾਰਿਆਂ ਵੱਲ ਵੇਖਿਆ, ਨਰ ਨਾਰੀਆਂ ਵੱਲ, ਤੇ ਸਾਰੇ ਬੜੇ ਭੈ ਭੀਤ ਹੋਏ ਨੇ, ਡਰੇ ਨੇ। ਸਤਿਗੁਰਾਂ ਨੇ ਦ੍ਰਿਸ਼ਟੀ ਜਦੋਂ ਪਾਈ ਸਾਰਿਆਂ ਵੱਲ ਤੇ ਵੇਖਿਆ, ਕਰੂਰ ਦ੍ਰਿਸ਼ਟ ਤਿਸ ਦੈਂਤ ਦਿਸ਼ ਕੀਨੀ ਹਰਨ ਅਨੀਤ। ਉਹਨਾਂ ਨੇ ਉਸ ਦੈਂਤ ਵੱਲ ਵੇਖਿਆ। ਹੁਣ ਪਹਿਲਾਂ ਤੇ ਸੰਗਤਾਂ ਵੱਲ ਵੇਖਿਆ, ਸਾਰਿਆਂ ਵੱਲ ਵੇਖਿਆ ਵੀ ਦੈਂਤ ਤੋਂ ਡਰੇ ਹੋਏ ਕਮਰੇ ਨੇ। ਉਹਨੇ ਚਿਰ ਨੂੰ ਉਸ ਦੈਂਤ ਦੇ ਵੱਲ ਨਾ ਕਰੂਰ ਦ੍ਰਿਸ਼ਟੀ ਭਾਵ ਸਤਿਗੁਰਾਂ ਨੇ ਆਪਣੀ ਦ੍ਰਿਸ਼ਟੀ ਪਾਉਣਾ ਕੀਤੀ ਜੋ ਉਸ ਦੇ ਦੈਂਤ ਨੂੰ, ਤੇ ਉਹਦੀ ਜਿਹੜੀ ਅਨੀਤੀ ਸੀ ਨਾ, ਉਹ ਸਤਿਗੁਰਾਂ ਨੇ ਜਾਣ ਲਈ। ਚੋਪਈ
ਤਿਸੀ ਸਮੇਂ ਮੈਂ ਦੈਂਤ ਵਿਸਾਲਾ। ਸਤਿਗੁਰਾਂ ਨੇ ਉਹਦੀ ਅਨੀਤੀ ਜਾਣ ਕੇ ਉਹਦੀ ਜਿਹੜੀ ਅਨੀਤੀ ਸਾਰੀ ਜਿਹੜੀ ਤਾਕਤ ਸੀ ਉਹ ਹਰ ਲਈ, ਖਿੱਚ ਲਈ, ਤੇ ਉਸ ਸਮੇਂ ਜਿਹੜਾ ਵੱਡਾ ਦੈਂਤ ਸੀ ਵਿਸਾਲ, ਬਿਕਲ ਪਰਿਓ ਧਰਨੀ ਮੁਰਛਾਲਾ। ਸਤਿਗੁਰਾਂ ਦੀ ਜੋ ਦ੍ਰਿਸ਼ਟੀ ਪਈ ਨਾ ਤੇ ਉਸੇ ਵੇਲੇ ਹੀ ਉਹ ਧਰਤੀ ਉੱਤੇ ਡਿੱਗ ਪਿਆ, ਮੁਰਸ਼ਿਦ ਹੋ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ। ਹੋਤ ਪੁਰਾਤਨ ਤਰੁ ਜਿਉ ਕੋ। ਤੇ ਕਿਵੇਂ ਡਿੱਗਾ? ਜਿਵੇਂ ਕੋਈ ਬੜਾ ਪੁਰਾਣਾ ਦਰਖਤ ਹੋਵੇ ਨਾ, ਬੜਾ ਭਾਰਾ ਤੇ ਪੁਰਾਣਾ ਦਰਖਤ ਹੋਵੇ ਤੇ ਜ਼ਮੀਨ ਤੇ ਡਿੱਗਦਾ ਹੈ, ਇਸ ਤਰ੍ਹਾਂ ਡਿੱਗਿਆ। ਪਵਨ ਬੇਗ ਸੋ ਉਖਰਤ ਸੋ। ਬੜਾ ਪੁਰਾਣਾ ਤੇ ਭਾਰਾ ਦਰਖਤ ਹੋਵੇ ਤੇ ਹਵਾ ਬੜੀ ਤੇਜ਼ ਵਗੇ ਤੇ ਜੜੋਂ ਖਾੜ ਕੇ ਜਿਵੇਂ ਸੁੱਟਦੀ ਆ ਨਾ, ਐਵੇਂ ਸਤਿਗੁਰਾਂ ਦੀ ਦ੍ਰਿਸ਼ਟੀ ਪਈ ਉਸ ਦੈਂਤ ਤੇ ਉਹ ਮੁਰਸ਼ਿਦ ਹੋ ਕੇ ਜ਼ਮੀਨ ਤੇ ਡਿੱਗਿਆ ਹੈ। ਤਸ ਬਿਦ ਗਿਰਿਓ ਭਿਆਨਕ ਭਾਰੀ। ਇਸੇ ਤਰ੍ਹਾਂ ਇਹ ਭਿਆਨਕ ਤੇ ਭਾਰੀ ਦੈਂਤ ਜਿਹੜਾ ਜ਼ਮੀਨ ਤੇ ਡਿੱਗਿਆ, ਜੈ ਤਨ ਸਰਬ ਚੇਸ਼ਟਾ ਹਾਰੀ। ਇਹਦੇ ਸਰੀਰ ਦੀ ਸਾਰੀ ਚੇਸ਼ਟਾ ਸੀ ਹਰ ਗਈ, ਭਾਵ ਦੀ ਸਾਰੀ ਸ਼ਕਤੀ ਖਿੱਚ ਲਈ ਸਤਿਗੁਰਾਂ ਨੇ। ਜੈ ਚਰਨਾਰ ਬਿੰਦ ਜਗ ਗੁਰ ਕੋ। ਇਹ ਸਤਿਗੁਰੂ ਜਗਤ ਦੇ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਕਮਲ ਸਨ। ਗਿਰਤ ਸਮੇਂ ਤੈ ਗੇਰਿਓ ਸਿਰ ਕੋ। ਉਹ ਡਿੱਗਦੇ ਸਮੇਂ ਆਪਣਾ ਜਿਹੜਾ ਸਿਰ ਸੀ ਨਾ ਉਹਨਾਂ ਸਤਿਗੁਰਾਂ ਦੇ ਚਰਨਾਂ ਤੇ ਡਿੱਗਿਆ। ਕਰੁਣਾ ਨਿਧ ਪਿਕ ਕਰੁਣਾ ਆਈ। ਕਰੁਣਾ ਦੇ ਸਮੁੰਦਰ, ਦਇਆ ਦੇ ਸਮੁੰਦਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫਿਰ ਕਰੁਣਾ ਆ ਗਈ। ਅੰਤ ਦੀਨਤਾ ਜਾਏ ਜਨਾਈ। ਕਿਉਂਕਿ ਚਰਨਾਂ ਦੇ ਉੱਤੇ ਸਿਰ ਜਦੋਂ ਰੱਖਿਆ ਨਾ ਉਹਨੇ ਤੇ ਫਿਰ ਸਤਿਗੁਰਾਂ ਨੇ ਜਾਣ ਲਿਆ ਵੀ ਇਹਦੇ ਵਿੱਚ ਦੀਨਤਾ ਆ ਗਈ ਹੈ। ਸੀਸ ਛੁਹਾਇਓ ਤੈ ਪਦ ਪਦਮੰ। ਸਤਿਗੁਰਾਂ ਨੇ ਉਹਦੇ ਸੀਸ ਦੇ ਨਾਲ ਆਪਣਾ ਜਿਹੜਾ ਚਰਨ ਕਮਲ ਹੈ ਉਸ ਨੂੰ ਸੁਹਾਵਣਾ ਕੀਤਾ। ਜੋ ਸਭ ਸਿੱਖਨ ਕੋ ਸੁਖ ਸਦਮੰ। ਐਸੇ ਸਤਿਗੁਰਾਂ ਦੇ ਚਰਨ ਜਿਹੜੇ ਸਾਰੇ ਸਿੱਖ ਆਪਣੇ ਸਿੱਖਾਂ ਨੂੰ ਸੁੱਖ ਦਾ ਘਰ ਦੇਣ ਵਾਲੇ ਹਨ। ਦੋਹਰਾ ਛੁਵਤ ਚਰਨ ਮੁਰਛਾ ਛੁਟੀ ਭਇਓ ਸਰੀਰ ਸੁਚੇਤ। ਸਤਿਗੁਰੂ ਦੇ ਚਰਨ ਕਮਲ ਛੋਹਦਿਆਂ ਹੀ ਉਹਦੀ ਮੁਰਛਾ ਛੁੱਟ ਗਈ ਤੇ ਜਿਹੜਾ ਸਰੀਰ ਸੀ ਨਾ ਉਹ ਸਾਵਧਾਨ ਹੋ ਗਿਆ, ਸੁਚੇਤ ਹੋ ਗਿਆ। ਸ਼ਸਤਰ ਹਨੇ ਸੰਜੀਵਨੀ ਜਿਉ ਲਗਾਏ ਤੈ ਦੇਤ। ਜਿਵੇਂ ਉਹ ਸੁਚੇਤ ਹੋਇਆ, ਸਾਵਧਾਨ ਹੋਇਆ, ਜਿਵੇਂ ਕੋਈ ਨਾ ਸ਼ਸਤਰ ਦੇ ਨਾਲ ਜ਼ਖਮੀ ਹੋਇਆ ਹੋਏ, ਬੇਹੋਸ਼ ਹੋ ਕੇ ਡਿੱਗਿਆ ਹੋਵੇ ਨਾ ਤੇ ਸੰਜੀਵਨੀ ਬੂਟੀ ਦੇ ਨਾਲ ਉਹ ਸੁਚੇਤ ਹੋ ਜਾਂਦਾ। ਇਹ ਉਦਾਹਰਨ ਦੇ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜਾ ਨਾ ਸੁਚੇਤ ਹੋ ਗਿਆ। ਚੌਪਾਈ ਤੇਜ ਪ੍ਰਭਾਵ ਹੇਰ ਗੁਰ ਕੇਰੋ। ਉਹਨੇ ਗੁਰੂ ਸਾਹਿਬ ਜੀ ਦਾ ਤੇਜ ਪ੍ਰਭਾਵ ਦੇਖਣਾ ਕੀਤਾ। ਨਿਮਰ ਪਇਓ ਮਨ ਦੀਨ ਕਨੇਰੋ। ਮਨ ਦੇ ਵਿੱਚ ਕਨੇਰਾ ਦੀਨ ਹੋ ਕੇ ਚਰਨਾਂ ਤੇ ਡਿੱਗਿਆ। ਬੋਲਿਓ ਬਚਨ ਛਿਮੋ ਅਪਰਾਧੋ। ਸਤਿਗੁਰਾਂ ਨੂੰ ਕਹਿਣ ਲੱਗਾ ਵੀ ਸਤਿਗੁਰੂ ਜੀ क्षमा ਕਰ ਦਿਓ ਮੇਰਾ ਅਪਰਾਧ। ਪਰਮੇਸ਼ਰ ਤੁਮ ਵੇਖ ਜੋ ਸਾਧੂ। ਤੁਸੀਂ ਸਾਧੂ ਦੇ ਭੇਖ ਵਿੱਚ ਆਪ ਹੀ ਪਰਮੇਸ਼ਰ ਹੋ ਅਨਜਾਨ ਨਾ ਮਹਿਮਾ ਜਾਨੀ। ਮੈਂ ਅਣਜਾਣ ਹੈ, ਮੈਂ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ। ਤੁਮ ਹੋ ਮਹਾਪੁਰਖ ਗੁਣ ਖਾਨੀ। ਤੁਸੀਂ ਮਹਾਪੁਰਖ ਤੇ ਗੁਣਾ ਦੀ ਖਾਨ ਹੋ। ਇਨ ਲੋਕਨ ਤੇ ਆਨ ਮਨਾਓ। ਤੇ ਮੈਂ ਇਹਨਾਂ ਲੋਕਾਂ ਤੋਂ ਆਪਣੀ ਆਨ ਮਨਾਉਂਦਾ ਹਾਂ। ਜਾਂ ਤੇ ਇਨਕੇ ਧਾਮ ਜਲਾਓ। ਇਸ ਕਰਕੇ ਮੈਂ ਉਹਨਾਂ ਦੇ ਘਰਾਂ ਨੂੰ ਜਲਾ ਦਿੰਦਾ ਹਾਂ। ਅਬ ਤੁਮਰੇ ਪਦ ਪਦਮ ਸੁਹਾਏ। ਹੁਣ ਤੁਹਾਡੇ ਚਰਨ ਕਮਲ ਦੇ ਵਿੱਚ ਇਹ ਸਾਰੇ ਚਰਨਾ ਕਮਲਾਂ ਵਿੱਚ ਹਾਜ਼ਰ ਹੋਏ ਨੇ, ਤੁਹਾਡੇ ਚਰਨੀ ਪਏ ਹਨ। ਇਨਕੇ ਭਾਗ ਜਗੇ ਜਬ ਆਏ। ਇੱਥੇ ਆਏ ਇਸ ਧਰਤੀ ਤੇ, ਇਹਦੇ ਧਰਤੀ ਨੂੰ ਭਾਗ ਲਾਏ ਤੇ ਇਹਨਾਂ ਦੇ ਭਾਗ ਜਾਗੇ ਹਨ, ਨਾਲ ਮੇਰੇ ਭਾਗ ਜਾਗੇ ਹਨ। ਕਰੋ ਸਬਨ ਕੋ ਅਬ ਕਲਿਆਣਾ। ਸਤਿਗੁਰੂ ਜੀ ਕਰੋ ਕਿਰਪਾ, ਸਾਰਿਆਂ ਦੀ ਕਲਿਆਣ ਕਰੋ। ਉਪਕਾਰੀ ਤੁਮ ਕਿਰਪਾ ਨਿਦਾਨਾ। ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਉਪਕਾਰੀ ਹੋ। ਦੋਹਰਾ ਮੈਂ ਤੁਮ ਦਾਸਨ ਦਾਸ ਹੋ ਜੈ ਬਿਦ ਦਿਓ ਰਜਾਏ। ਮੈਂ ਤਾਂ ਸਤਿਗੁਰੂ ਜੀ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ, ਜਿਵੇਂ ਤੁਸੀਂ ਮੈਨੂੰ ਹੁਕਮ ਕਰੋ। ਸੋ ਕਰੋ ਨਿਸ਼ਚੈ ਸਦਾ ਜਾਂਤੇ ਕਸ਼ਟ ਮਿਟਾਏ। ਜੋ ਤੁਸੀਂ ਮੈਨੂੰ ਹੁਕਮ ਕਰੋਗੇ ਮੈਂ ਉਹੀ ਕਰਾਂਗਾ ਤੇ ਜਿਸ ਨਾਲ ਮੇਰਾ ਕਸ਼ਟ ਮਿਟ ਜਾਵੇ। ਚੌਪਾਈ ਸ਼੍ਰੀ ਨਾਨਕ ਜੀ ਸੁਨਿਆਸ ਬਾਣੀ। ਸਤਿਗੁਰੂ ਨਾਨਕ ਦੇਵ ਜੀ ਨੇ ਇਸ ਦੀ ਬੇਨਤੀ ਸੁਣੀ ਜਦੋਂ ਨਿਮਰਤਾ ਭਰੀ। ਸ਼ਰਦਾ ਬਹੁਤ ਪ੍ਰੀਤ ਮੈਂ ਸਾਨੀ। ਬੜੀ ਪ੍ਰੀਤ ਦੇ ਨਾਲ ਮਿਲੀ ਹੋਈ ਸ਼ਰਧਾ ਦੇਖੀ। ਬੋਲੇ ਬਚਨ ਦੀਨ ਕੇ ਦਿਆਲਾ। ਇਹਨਾਂ ਤੇ ਦਇਆ ਕਰਨ ਵਾਲੇ ਸਤਿਗੁਰੂ ਬੋਲੇ। ਗ੍ਰਾਮ ਵਿਖੇ ਰਚੀਏ ਧਰਮਸ਼ਾਲਾ। ਇਸ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ। ਕਰੋ ਕੀਰਤਨ ਮਿਲਤੇ ਮਾਈ। ਤੇ ਇੱਥੇ ਧਰਮਸ਼ਾਲਾ ਬਣਾ ਕੇ ਇਹਨਾਂ ਦੇ ਨਾਲ
ਮਿਲ ਕੇ ਤੂੰ ਕੀਰਤਨ ਕਰੋ। ਸਤਨਾਮ ਉਚਰੋ ਅਗ ਜਾਹੀ। ਸਤਨਾਮ ਪਰਮੇਸ਼ਰ ਦਾ ਨਾਮ ਜਿਹੜਾ ਸਤਨਾਮ ਵਾਹਿਗੁਰੂ ਉਚਾਰਨ ਕਰੋ ਤੇ ਪਾਪ ਚਲੇ ਜਾਣਗੇ। ਪਰ ਜਲ ਆਨੋ ਤੈ ਨਿਜ ਸੀਸਾ। ਤੂੰ ਆਪਣੇ ਸੀਸ ਤੇ ਚਾ ਕੇ ਜਲ ਭਰ ਕੇ ਜਲ ਦੀ ਸੇਵਾ ਕਰ। ਭਗਤ ਕਰੇ ਜੇ ਨਰ ਜਗਦੀਸ਼ਾ। ਉੱਥੇ ਸੇਵਾ ਕਰ ਜਿੱਥੇ ਭਗਤੀ ਕਰਨ ਵਾਲੇ ਭਗਤ ਜਨ ਉਸ ਪਰਮੇਸ਼ਰ ਦੀ ਜਗਦੀਸ਼ ਦੀ ਭਗਤੀ ਕਰਦੇ ਹਨ। ਸੇਵਾ ਕਰਤ ਬਿਮਲ ਮਨ ਹੋਵੇ। ਸੇਵਾ ਕਰਦਿਆਂ ਮਨ ਨਿਰਮਲ ਹੋ ਜਾਵੇਗਾ। ਜਨਮ ਜਨਮ ਕੇ ਕਿਲ ਬਿਖ ਖੋਵੇ। ਜਨਮਾਂ ਜਨਮਾਂਤਰਾਂ ਦੇ ਪਾਪ ਨਾਸ਼ ਹੋ ਜਾਣਗੇ। ਸਤਨਾਮ ਜਪ ਹੋਏ ਅਧਿਕਾਰੀ। ਤੇ ਸਤਨਾਮ ਜਪਣ ਦਾ ਅਧਿਕਾਰੀ ਹੋ ਜਾਵੇਗਾ। ਅੰਤ ਸਮੇਂ ਗਤ ਪਾਏ ਸੁਖਾਰੀ। ਅੰਤ ਸਮੇਂ ਤੇਰੀ ਗਤ ਹੋ ਜਾਵੇਗੀ। ਦੋਹਰਾ ਸੁਨ ਕਰ ਜਗ ਗੁਰ ਕੋ ਬਚਨ ਮਾਨ ਸੀਸ ਪਹਿਲੀਨ। ਸਤਿਗੁਰਾਂ ਦੇ ਬਚਨ ਸੁਣ ਕੇ ਨੇ ਸਿਰ ਧਰ ਕੇ ਮੰਨ ਲਏ ਹਨ। ਰਚੀ ਧਰਮਸ਼ਾਲਾ ਰੁਚਿਰ ਪੁਨ ਸੇਵੇ ਮਨ ਦੀਨ। ਧਰਮਸ਼ਾਲਾ ਰਚੀ ਹੈ ਤੇ ਮਨ ਇਸ ਦਾ ਨੀਵਾ ਹੋ ਗਿਆ ਹੈ। ਚੌਪਈ ਸ਼੍ਰੀ ਗੁਰ ਧਰਮਸ਼ਾਲ ਮੈਂ ਬੈਸੇ। ਸਤਿਗੁਰੂ ਜੀ ਧਰਮਸਾਲ ਦੇ ਵਿੱਚ ਬੈਠੇ ਹਨ। ਨਾਮ ਜਪੋ ਮਨੁਜ ਨੇ ਉਪਦੇਸ਼ੇ। ਮਨੁੱਖਾਂ ਨੂੰ ਨਾਮ ਜਪਣ ਦਾ ਉਪਦੇਸ਼ ਦੇ ਰਹੇ ਹਨ। ਕਰਨ ਕੀਰਤਨ ਲਗੇ ਬਿਸਾਲਾ। ਧਰਮਸ਼ਾਲਾ ਵਿੱਚ ਰੋਜ਼ਾਨਾ ਕੀਰਤਨ ਹੋਣ ਲੱਗ ਪਿਆ। ਭਗਤ ਰੀਤ ਸਿੱਖਈ ਸੁਖ ਆਲਾ। ਭਗਤੀ ਦੀ ਰੀਤ ਸਾਰਿਆਂ ਨੇ ਸਿੱਖ ਲਈ। ਗ੍ਰਾਮ ਨਿਕਟ ਸੁਨ ਕਰ ਅਸਰੀਤੀ। ਨੇੜੇ ਨੇੜੇ ਦੇ ਗ੍ਰਾਮਾਂ ਨੇ ਵੀ ਸਾਰੀ ਇਹ ਰੀਤ ਵੇਖੀ। ਆਵੇਂ ਦਰਸ਼ਨ ਕੀ ਕਰ ਪ੍ਰੀਤੀ। ਸਾਰੇ ਪ੍ਰੀਤ ਧਾਰਨ ਕਰ ਕਰਕੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਹੀਰ ਹੀਰ ਹਰਖੇ ਕਰ ਬੰਦਨ। ਸਾਰੇ ਦਰਸ਼ਨ ਕਰ ਕਰਕੇ ਬੰਦਨਾ ਕਰ ਕਰਕੇ ਖੁਸ਼ ਹੁੰਦੇ ਹਨ। ਭਗਤ ਸਿੱਖੇ ਕਰ ਕੁਮਤ ਨਿਕੰਦਨ। ਭਗਤੀ ਸਿਖਾਉਂਦੇ ਹਨ ਤੇ ਭੈੜੀ ਮਤ ਦੂਰ ਕਰਦੇ ਹਨ ਸਤਿਗੁਰੂ ਜੀ। ਸਿੱਖੀ ਰੀਤ ਬਿਦਤ ਪੀ ਦੇਸ਼ਾ। ਸਿੱਖੀ ਦੀ ਰੀਤ ਸਾਰੇ ਦੇਸ਼ ਵਿੱਚ ਵਿਦਿਤ ਹੋਈ। ਜਿਸ ਤੇ ਛੂਟੇ ਜਗਤ ਕਲੇਸ਼ਾ। ਜਿਹਦੇ ਨਾਲ ਸਾਰੇ ਜਗਤ ਦੇ ਕਲੇਸ਼ ਮਿਟ ਜਾਂਦੇ ਹਨ। ਕਹੀਂ ਪਰਸ ਪਰ ਮਿਲ ਨਰ ਨਾਰੀ। ਨਰ ਨਾਰੀਆਂ ਮਿਲ ਕੇ ਆਪੋ ਵਿੱਚ ਕਰ ਕਹਿੰਦੇ ਹਨ। ਪਰਮੇਸ਼ਰ ਤਨ ਏ ਉਪਕਾਰੀ। ਇਹ ਪਰਮੇਸ਼ਰ ਦਾ ਤਨ ਹੈ ਪਰਉਪਕਾਰ ਕਰਨ ਵਾਲੇ ਹਨ। ਐਸਾ ਜਿਹੜਾ ਉਪਦੇਸ਼ ਹੈ ਉਹਨਾਂ ਜੀਵਾਂ ਨੂੰ ਸਤਿਗੁਰਾਂ ਨੇ ਦਿੱਤਾ ਤੇ ਉਹਨਾਂ ਜੀਵਾਂ ਨੂੰ ਤਾਰਿਆ ਤੇ ਉਹਨਾਂ ਦਾ ਦੁੱਖ ਦੂਰ ਕੀਤਾ। ਅੱਗੇ ਜਿਵੇਂ ਸਤਿਗੁਰੂ ਜੀ ਹੋਰ ਸਥਾਨ ਤੇ ਜਾ ਕੇ ਹੋਰ ਦੁਖੀਆਂ ਦੇ ਦੁੱਖ ਦੂਰ ਕਰਦੇ ਹਨ। ਪਰਮੇਸ਼ਰ ਦੇ ਨਾਮ ਦੇ ਨਾਲ ਜਿਵੇਂ ਸੰਗਤਾਂ ਨੂੰ ਜੋੜਦੇ ਹਨ, ਉਹ ਆਪਾਂ ਇਤਿਹਾਸ ਜਿਹੜਾ ਹੈ ਆਉਣ ਵਾਲੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਨੀ ਕਿ ਸਤਿਗੁਰੂ ਜੀ ਨਾਮ ਬਾਣੀ ਪੜ੍ਹਨ ਦੀ, ਕਥਾ ਕੀਰਤਨ ਕਰਨ ਦੀ ਸਤਿਗੁਰੂ ਜੀ ਸੁਮਤ ਬਖਸ਼ਿਸ਼ ਕਰਨ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ। ਹੇ ਪੂਰਨ ਹੈ ਸਰਬ ਮੈਂ ਦੁਖ हे संगी हे निरंकार हे निर्गुण सब ते। हे गोबिंद हे गुण निधान के सदा हे अपरंपर हर हरे है पी होवन। हे संत है कै सदा संग हे ठाकर हूँ दासरो मैं निर्गुण गुण नहीं। नानक दीजै नाम दान राखो ही है। आए प्रभ शरणागति कृपा निधन। एक
ਏਕ ਅਖਰ ਹਰ ਮਨ ਬਸਤ ਨਾਨਕ ਓਤਿ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵ ਦੇ